टीवी पंजाब देखने वाले सारे दर्शकों का एक बार फिर मैं मनदीप सिंह टूट स्वागत करदा साडी इस खास पेशकश विच जिहदे विच असीं करदे हां खास खबरां ते चर्चा। और हर रोज़ की तरह मेरे नाल जुड़े हुए ने मेरे सहयोगी जसवीर जी बहुत बहुत स्वागत है जी। शुक्रिया मनदीप जी और टीवी पंजाब देखने वाले तमाम व्यूवर्स ਨੂੰ सत श्री अकाल आदाब नमस्कार जी। अच्छा जसवीर जी अपने पंजाब ਦੇ ਵਿੱਚ ਕਿਉਂਕਿ ਅਨਪੜ੍ਹਤਾ ਕਾਫੀ ਕਈ ਵਾਰੀ ਕਹਿ ਦਿੰਦੇ ਆ ਕਿ ਜਿਹੜੇ ਪਿੰਡਾਂ ਦੇ ਲੋਕ ਆ ਜਿਹੜੇ ਅਨਪੜ੍ਹ ਆ ਬਹੁਤ ਡੇਰਿਆਂ ਤੇ ਜਾਂਦੇ ਨੇ ਬਾਬੇ ਪੁੱਛਾਂ ਵਾਲਾ ਕੋ ਜਾਂਦੇ ਨੇ ਜਾਂ ਕਿਤੇ ਕਿਤੇ ਜਾਂਦੇ ਨੇ। ਪਰ ਸੁਣਿਆ ਕਿ ਬੜੀ ਦਿਲਚਸਪ ਖਬਰ ਆਈ ਹੈ ਕਿ ਵੈਸੇ ਤਾਂ ਕਈ ਲੋਕ ਕਈ ਤਰ੍ਹਾਂ ਦੀਆਂ ਮੰਗਾਂ ਲੈ ਕੇ ਜਾਂਦੇ ਨੇ ਪਰ ਇੱਕ ਵਿਧਾਇਕ ਜਿਹੜਾ ਵਾ ਮੁੱਖ ਮੰਤਰੀ ਸਾਹਿਬ ਦੀ ਨੇੜਤਾ ਮੰਗਣ ਇੱਕ ਬਾਬੇ ਕੋਲ ਚਲਾ ਗਿਆ। बिल्कुल एक गल जी तुसीं कही है मैं पहला ਉਹਦੇ ਤੇ थोड़ा ਜਿਹਾ स्पष्ट करदा तुसीं ਕਿਹਾ कि अनपढ़ता ਦੇ ਕਾਰਨ ਜਿਹੜਾ ਆ ਬਾਬਿਆਂ ਕੋਲ ਬਹੁਤ ਜਾਂਦੇ ਆ। ਮੇਰਾ ਖਿਆਲ ਹੈ ਕਿ ਹੁਣ ਦੌਰ ਮਨਦੀਪ ਜੀ ਬਦਲ ਗਿਆ। ਹੁਣ ਜਿਸ ਤਰੀਕੇ ਨਾਲ ਵੱਡੇ ਵੱਡੇ ਪੁਲਿਸ ਅਫਸਰ ਇਹਨਾਂ ਬਾਬਿਆਂ ਦੇ ਡੇਰਿਆਂ ਦੇ ਉੱਤੇ ਮੱਥੇ ਟੇਕਦੇ ਆ ਜਾ ਕੇ, ਮੰਤਰੀ ਮੱਥੇ ਟੇਕਦੇ ਆ, ਮੰਤਰੀਆਂ ਦੇ ਬਾਲ ਬੱਚੇ ਮੱਥੇ ਟੇਕਦੇ ਆ ਜਾ ਕੇ, ਫਿਰ ਇਹ ਨਹੀਂ ਕਹਿ ਸਕਦੇ ਇਕੱਲੇ ਅਨਪੜ੍ਹ ਲੋਕ ਜਾਂਦੇ ਆ। ਇਹ ਪੜ੍ਹੇ ਲਿਖੇ ਲੋਕ ਵੀ ਉਸੇ ਲੀਹ ਦੇ ਵਿੱਚ ਚੱਲਦੇ ਪਏ ਆ। ਪੰਜਾਬ ਦੇ ਵਿੱਚ ਆਮ ਹੀ ਕਿਹਾ ਜਾਂਦਾ ਕਿ ਹੁਣ ਤਾਂ ਚਲੋ ਕਰੋਨਾ ਵਾਇਰਸ ਦਾ ਕਰਕੇ ਬਹੁਤ ਕੁਝ ਰੁਕਿਆ ਤੇ ਥੰਮਿਆ ਹੋਇਆ ਨਜ਼ਰ ਆ ਰਿਹਾ ਹੈ ਨਾ। ਇਸ ਤੋਂ ਪਹਿਲਾਂ ਚਰਚਾ ਸੀ ਕਿ ਪੰਜਾਬ 'ਚ ਜਾਂ ਢਾਬਿਆਂ ਵਾਲਾ ਕਾਰੋਬਾਰ ਚੱਲਦਾ ਜਾਂ ਬਾਬਿਆਂ ਵਾਲਾ ਕਾਰੋਬਾਰ ਚੱਲਦਾ ਆ, ਤੇ ਉਹਦੇ ਤੋਂ ਪਹਿਲਾਂ ਇਹ ਗੱਲ ਚੱਲਦੀ ਹੁੰਦੀ ਸੀ ਜਾਂ ਬਲੈਕ ਤੇ ਜਾਂ ਬਲੈਤ, ਦੋ ਚੀਜ਼ਾਂ ਫਲਦੀਆਂ ਫੁੱਲਦੀਆਂ ਨੇ। ਪਰ ਇਸ ਵੇਲੇ ਜੇ ਬਾਬਿਆਂ ਦੀ ਗੱਲ ਕਰ ਲਈਏ ਤੇ ਤੁਸੀਂ ਜਿਹੜੇ ਵਿਧਾਇਕ ਦਾ ਜ਼ਿਕਰ ਛੇੜਿਆ ਆ ਉਹ ਸਾਬਕਾ ਮੰਤਰੀ ਵੀ ਰਹਿ ਚੁੱਕਾ ਆ ਕਾਂਗਰਸ ਦੇ ਵਿੱਚ ਇੱਕ ਵਾਰੀ ਬਗਾਵਤ ਕਰਕੇ ਕਿਨਾਰੇ ਤੇ ਵੀ ਹੋ ਚੁੱਕਾ ਆ। ਸੋ ਦਰਸ਼ਨ ਸਿੰਘ ਬਰਾੜ ਬਾਘਾ ਪੁਰਾਣਾ ਤੋਂ ਵਿਧਾਇਕ ਨੇ, ਕਾਂਗਰਸ ਦੇ ਸਾਬਕਾ ਮੰਤਰੀ ਨੇ। ਉਹ ਬਾਘਾ ਪੁਰਾਣਾ ਦੇ ਵਿੱਚ ਇੱਕ ਡੇਰੇ ਦੇ ਵਿੱਚ ਗਏ ਜਿੱਥੋਂ ਦੀ ਵੀਡੀਓ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ। ਤੇ ਨੇੜਤਾ ਮੰਗਣ ਦੀ ਜਿਹੜੀ ਗੱਲ ਆ ਉਹ ਨੇੜਤਾ ਤਾਂ ਉਹ ਕਹਿੰਦੇ ਵੀਡੀਓ 'ਚ ਸਾਫ਼ ਕਹਿੰਦੇ ਨੇੜਤਾ ਤਾਂ ਮੇਰੀ ਕਹਿੰਦੇ ਹੈਗੀ ਸੀ, ਇਹ ਨੇੜਤਾ ਪਤਾ ਨਹੀਂ ਨਜ਼ਰ ਕਿਹਦੀ ਲੱਗ ਗਈ ਹੈ। ਉਹ ਨਜ਼ਰ ਉਤਾਰਨ ਲਈ ਜਿਹੜਾ ਬਾਬੇ ਕੋਲ ਗਏ ਸੀਗੇ ਦਰਸ਼ਨ ਸਿੰਘ ਬਰਾੜ ਬਕਾਇਦਾ ਉਸ ਬਾਬੇ ਕੋਲ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਲਾਉਂਦਾ ਆ। ਕਹਿੰਦੇ ਚੋਣਾਂ ਵੇਲੇ ਤਾਂ ਮੇਰੇ ਨੇੜੇ ਆਣ ਕੇ ਢੁਕਦੇ ਸੀਗੇ, ਬੈਠਦੇ ਸੀਗੇ, ਮੈਨੂੰ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਮੈਂ ਆਪਣੇ ਨਾਲ ਰੱਖਾਂਗਾ, ਸਰਕਾਰ ਬਣਨ ਤੋਂ ਬਾਅਦ ਉਰਾਂ ਪਰੇ ਨਹੀਂ ਹੋਣ ਦਿਆਂਗਾ। ਪਰ ਜਿਵੇਂ ਹੀ ਸਰਕਾਰ ਬਣੀ ਉਸ ਤੋਂ ਬਾਅਦ ਕਹਿੰਦੇ ਬਸ ਦੂਰੀਆਂ ਪੈ ਗਈਆਂ। ਨੇੜੇ ਤਾਂ ਕੀ ਰੱਖਣਾ ਸੀ, ਮੰਤਰੀ ਮੰਡਲ 'ਚ ਤਾਂ ਕੀ ਸ਼ਾਮਲ ਕਰਨਾ ਸੀਗਾ। ਮੈਨੂੰ 2-3 ਵਾਰੀ ਵੀਡੀਓ ਕਾਲ ਤੇ ਜ਼ਰੂਰ ਮੇਰੇ ਨਾਲ ਰਾਬਤਾ ਰੱਖਿਆ, ਉਸ ਤੋਂ ਬਾਅਦ ਹੁਣ ਤਾਂ ਵੀਡੀਓ ਕਾਲ ਦੇ ਰਾਹੀਂ ਵੀ ਗੱਲਬਾਤ ਮੇਰੇ ਨਾਲ ਨਹੀਂ ਕਰ ਰਿਹਾ। ਇਹ ਸ਼ਿਕਾਇਤ ਬਾਬੇ ਕੋਲ ਕੀਤੀ ਤੇ ਫਿਰ ਬਾਬੇ ਨੇ ਪ੍ਰਸ਼ਾਦ ਜਿਹਾ ਦਿੱਤਾ ਕਿ ਹਾਂ ਭਾਈ ਠੀਕ ਹੈ, ਕੋਈ ਗੱਲ ਨਹੀਂ, ਸਾਰਾ ਕੁਝ ਠੀਕ ਹੋ ਜਾਏਗਾ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਦੋਂ ਸਾਡੇ ਮੋਹਰੀ ਸਾਡੇ ਨੁਮਾਇੰਦੇ ਇਦਾਂ ਦੇ ਕੰਮ ਕਰਦੇ ਹੋਣ, ਚੇਤਾ ਹੋਣਾ ਤੁਹਾਨੂੰ ਕਿ ਇੱਕ ਇਸੇ ਸਰਕਾਰ ਦਾ ਮੰਤਰੀ ਕਦੀ ਚੰਡੀਗੜ੍ਹ ਦੇ ਵਿੱਚ ਆਪਣੀ ਕੋਠੀ ਦੇ ਪਿੱਛੋਂ ਰਾਹ ਕੱਢ ਲੈਂਦਾ ਸੀ, ਜਿਹਨੂੰ ਬਾਅਦ ਚ ਚੰਡੀਗੜ੍ਹ ਪ੍ਰਸ਼ਾਸਨ ਨੇ ਬੰਦ ਵੀ ਕਰਵਾਇਆ ਸੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਕੱਢਿਆ ਸੀਗਾ। ਕਦੀ ਹਾਥੀ ਦੇ ਥੱਲਿਓਂ ਦੀ ਨਿਕਲਦਾ ਸੀਗਾ ਕਿ ਸ਼ਾਇਦ ਇਹਦੇ ਨਾਲ ਹੀ ਮੇਰੀ ਗੱਲ ਜਿਹੜੀ ਆ ਉਹ ਬਣੀ ਰਹਿ ਗਈ। ਸੋ ਇਸ ਤਰੀਕੇ ਦੀਆਂ ਪੁੱਛਾਂ ਪੜਤਾਲਾਂ ਕਰਨ ਵਾਲੇ ਮੰਤਰੀਆਂ ਦੀ, ਵਿਧਾਇਕਾਂ ਦੀ, ਸਿਆਸਤਦਾਨਾਂ ਦੀ ਖਬਰ ਕਿਤੇ ਨਾ ਕਿਤੇ ਨਿਕਲ ਕੇ ਜਿਹੜੀ ਆ ਉਹ ਬਾਹਰ ਆ ਹੀ ਜਾਂਦੀ ਹੈ। ਪਰ ਇੱਥੇ ਦਰਸ਼ਨ ਸਿੰਘ ਬਰਾੜ ਦਾ ਡੇਰੇ 'ਚ ਜਾਣਾ, ਡੇਰੇ 'ਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਰਨਾ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਦੱਸਦਾ ਆ ਕਿ ਦਰਸ਼ਨ ਸਿੰਘ ਬਰਾੜ ਜਿਹੜੇ ਇੱਕ ਦੋ ਵਾਰੀ ਸ਼ਾਇਦ ਮੂੰਹ ਦੇ ਵਿੱਚ ਉਹਨਾਂ ਦੇ ਗਾਲਾਂ ਨਿਕਲ ਗਈਆਂ ਸੀ, ਵਰਵ ਦੀ ਜਿਹੜੀ ਚੌਥੀ ਫਾਰਮ ਕਹਿੰਦੇ ਆ ਪੰਜਾਬੀ ਜਿਹਨੂੰ, ਉਹ ਗਾਲਾਂ ਨਿਕਲ ਗਈਆਂ ਸੀ। ਉਦੋਂ ਉਹਨਾਂ ਦੀ ਵੀਡੀਓ ਵੀ ਖਾਸੀ ਵਾਇਰਲ ਹੋਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨੇੜੇ ਵੀ ਬਹੁਤ ਮਹਿਸੂਸ ਕਰਦੇ ਨੇ। ਤੇ ਦਰਸ਼ਨ ਸਿੰਘ ਬਰਾੜ ਦਾ ਹੀ ਬਿਆਨ ਸੀਗਾ ਕਿ ਮੇਰੀ ਤਾਰੀਫ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਕੋਲ ਜਾ ਕੇ ਕੀਤੀ ਹੈ। ਇਹ ਟੀਵੀ ਪੰਜਾਬ ਤੇ ਬਕਾਇਦਾ ਉਹਨਾਂ ਨੇ ਇੰਕਸ਼ਾਫ ਕੀਤਾ ਸੀ ਇਸ ਗੱਲ ਦਾ। ਸੋ ਇਸ ਕਰਕੇ ਕਹਿ ਸਕਦੇ ਹਾਂ ਕਿ ਬਰਾੜ ਸਾਹਿਬ ਡੇਰੇ 'ਚ ਜਾ ਬੈਠੇ ਨੇ ਤੇ ਮੇਰਾ ਖਿਆਲ ਹੈ ਕਿ ਆਉਣ ਵਾਲੇ ਦਿਨ ਚੁਣਾਵੀ ਦਿਨ ਹੋਣਗੇ ਤੇ ਕੱਲਾ ਦਰਸ਼ਨ ਸਿੰਘ ਬਰਾੜ ਕਿਉਂ, ਦੇਖਿਓ ਤਾਂ ਸਹੀ ABCD ਸਾਰੀਆਂ ਹੀ ਪਾਰਟੀਆਂ ਦੇ ਵਿਧਾਇਕ ਕੀ, ਲੀਡਰ ਕੀ, ਪ੍ਰਧਾਨ ਕੀ, ਉਪ ਪ੍ਰਧਾਨ ਕੀ, ਜਨਰਲ ਸਕੱਤਰ ਕੀ, ਕਿਸੇ ਨਾ ਕਿਸੇ ਡੇਰੇ 'ਚ ਬੈਠੇ ਤੁਹਾਨੂੰ ਆਮ ਨਜ਼ਰ ਆ ਜਾਣਗੇ ਤੇ ਉਹਨਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਜਾਣਗੀਆਂ। ਤੇ ਇਸ ਵੀਡੀਓ ਨੂੰ ਤਾਂ ਮੇਰਾ ਖਿਆਲ ਹੈ ਕਿ ਪਤਾ ਲੱਗਾ ਆਮ ਆਦਮੀ ਪਾਰਟੀ ਵਾਹਵਾ ਵਾਇਰਲ ਕਰ ਰਹੀ ਹੈ ਕਿ ਆਹ ਕੁਝ ਹੋ ਰਿਹਾ। ਦੇਖੋ ਜੀ ਇਹਨਾਂ ਦੇ ਜਿਹੜੇ ਵਿਧਾਇਕ ਨੇ, ਜਿਹੜੇ ਮੰਤਰੀ ਨੇ, ਬਾਬਿਆਂ ਦੇ ਕੋਲ ਜਾ ਕੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀਆਂ ਸ਼ਿਕਾਇਤਾਂ ਲਾ ਰਹੇ ਨੇ ਤੇ ਸਰਕਾਰ ਕਿਵੇਂ ਚੱਲੇਗੀ, ਕਿਵੇਂ ਕੰਮ ਕਰੇਗੀ, ਇਹਦਾ ਅੰਦਾਜ਼ਾ ਤੁਸੀਂ ਸਹਿਜ ਲਗਾ ਸਕਦੇ ਹੋ। ਸੋ ਬਰਾੜ ਸਾਹਿਬ ਦੀ ਇਹ ਵੀਡੀਓ ਹੁਣ ਬਰਾੜ ਸਾਹਿਬ ਲਈ ਕੋਈ ਮੁਸ਼ਕਲ ਪੈਦਾ ਕਰਦੀ ਹੈ ਜਾਂ ਬਾਬੇ ਦੀ ਦਿੱਤੀ ਹੋਈ ਭਭੂਤੀ ਜਾਂ ਪ੍ਰਸ਼ਾਦ ਜਿਹੜਾ ਆ ਬਰਾੜ ਸਾਹਿਬ ਨੂੰ ਹੁਣ ਆਉਣ ਵਾਲੇ ਦਿਨਾਂ 'ਚ 6 ਮਹੀਨਿਆਂ ਲਈ ਮੰਤਰੀ ਬਣਾ ਦਿੰਦਾ ਆ। ਦੇਖਦੇ ਆ ਕੀ ਹੁੰਦਾ ਆ।
ਜੀ। ਇੱਥੇ ਛੋਟਾ ਜਿਹਾ ਨੁਕਤਾ ਇੱਕ ਹੋਰ ਮੈਂ ਤੁਹਾਡੇ ਤੋਂ ਨਾਲ ਸਾਂਝਾ ਕਰਨਾ ਚਾਹੁੰਦਾ, ਪੁੱਛਣਾ ਚਾਹੁੰਦਾ, ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ। ਕੈਪਟਨ ਸਾਹਿਬ ਜਿਹੜਾ ਸ਼ਾਹੀ ਠਾਠ ਆ, ਪਹਿਲਾਂ ਵੀ ਕਈ ਵਿਧਾਇਕ ਜਿਹੜੇ ਆ ਉਹ ਇਸੇ ਤਰ੍ਹਾਂ ਸ਼ਿਕਾਇਤ ਲਾਉਂਦੇ ਰਹੇ ਵੀ ਸਾਡੀ ਕੈਪਟਨ ਸਾਹਿਬ ਗੱਲ ਨਹੀਂ ਸੁਣਦੇ। ਇੱਥੋਂ ਤੱਕ ਕਿ ਕੈਪਟਨ ਸਾਹਿਬ ਮਿਲਦੇ ਵੀ ਨਹੀਂ, ਆਮ ਲੋਕਾਂ ਤੋਂ ਕੀ ਮਿਲਣਾ, ਵਿਧਾਇਕਾਂ ਤੋਂ ਨਹੀਂ ਮਿਲਦੇ। ਹੁਣ ਜਿਹੜੀ ਇਹ ਸ਼ਿਕਾਇਤ ਲਾਈ ਆ ਇਹਨਾਂ ਨੇ ਡੇਰੇ ਤੇ ਜਾ ਕੇ, ਤੇ ਇਹਦਾ ਕੋਈ ਅਸਰ ਹੋਰ ਪੈ ਸਕਦਾ ਹੋਰ ਕਾਂਗਰਸੀ ਵਿਧਾਇਕਾਂ ਉੱਤੇ, ਜਾਂ ਕੋਈ ਹੋਰ ਬਰਾੜ ਸਾਹਿਬ ਦਾ ਦੁੱਖ ਸਮਝ ਸਕਦਾ? ਤੁਹਾਨੂੰ ਕੀ ਲੱਗਦਾ? ਅਸਲ 'ਚ ਦੁੱਖ ਤਾਂ ਬਹੁਤਿਆਂ ਨੂੰ ਹੈ, ਇਕੱਲਾ ਬਰਾੜ ਥੋੜ੍ਹੀ ਹੈ। ਉਹ ਜਿਹੜੇ ਜੀ 4 ਪਟਿਆਲੇ ਦੇ ਵਿਧਾਇਕ ਸੀ, ਕੀ ਉਹਨਾਂ ਨੂੰ ਦੁੱਖ ਨਹੀਂ ਸੀ? ਦੁੱਖ ਦੇ ਵਿੱਚ ਵੀ ਬੋਲੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ। ਜਿਹੜੇ ਕਈ ਵਿਧਾਇਕ ਕਹਿੰਦੇ ਸੀਗੇ ਅਸੀਂ 6-6 ਵਾਰ ਵਿਧਾਇਕ ਬਣ ਚੁੱਕੇ ਹਾਂ ਤੇ ਸਾਨੂੰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ, ਇਸ ਕਰਕੇ ਦਿੱਲੀ ਦਰਬਾਰ ਜਾ ਕੇ ਹਾਜ਼ਰੀ ਭਰ ਕੇ ਆਏ ਸੀਗੇ। ਕੀ ਉਹਨਾਂ ਨੂੰ ਦੁੱਖ ਨਹੀਂ ਸੀਗਾ? ਨਵਜੋਤ ਸਿੰਘ ਸਿੱਧੂ ਇਸ ਵੇਲੇ ਦੁਖੀ ਨਹੀਂ ਆ ਕੈਪਟਨ ਅਮਰਿੰਦਰ ਸਿੰਘ ਤੋਂ। ਪ੍ਰਗਟ ਜੀ ਸਿੰਘ ਦੁਖੀ ਨਜ਼ਰ ਨਹੀਂ ਆ ਰਿਹਾ। ਸੁਰਜੀਤ ਧਮਾਨ ਦੁਖੀ ਨਹੀਂ ਨਜ਼ਰ ਆ ਰਿਹਾ। ਹੋਰ ਕਈ ਇਦਾਂ ਦੇ ਨੇ ਜਿਹੜੇ ਦੁਖੀ ਨੇ। ਦੁਖੀ ਹੋਣ ਵਾਲਿਆਂ ਦੀ ਫਹਿਰਿਸਤ ਬਹੁਤ ਲੰਬੀ ਆ, ਪਰ ਜੀ ਦੁੱਖ ਇਹ ਇਕੱਲੇ ਇਕੱਲੇ ਆਪਣਾ ਜ਼ਾਹਰ ਕਰਦੇ ਆ। ਇਕਜੁੱਟਤਾ ਇਹਨਾਂ ਦੇ ਦੁੱਖ ਦੇ ਵਿੱਚ ਨਜ਼ਰ ਹੈ ਨਹੀਂ ਹੈ। ਸੋ ਇਸੇ ਕਰਕੇ ਸ਼ਾਇਦ ਲੰਚ ਡਿਪਲੋਮੈਸੀ, ਕਦੀ ਡਿਨਰ ਡਿਪਲੋਮੈਸੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੰਮ ਕਰ ਜਾਂਦੀ। ਜਦੋਂ ਇਹ ਥੋੜਾ ਜਿਹਾ ਇਕਜੁੱਟ ਹੋਣ ਲੱਗਦੇ ਆ, ਇਕੱਠੇ ਹੋ ਕੇ ਕੋਈ ਫੈਸਲਾ ਲੈਣ ਲੱਗਦੇ ਆ, ਤੇ ਕੈਪਟਨ ਸਾਹਿਬ ਜਾਣਦੇ ਆ ਕਿ ਮੈਂ ਸ਼ਾਹੀ ਭੋਜ ਤੇ ਸੱਦਣਾ ਆ, ਟੁੱਕਰ ਖਾਂਦੇ ਸਾਰੀ ਇਹਨਾਂ ਨੇ ਨਰਮ ਪੈ ਜਾਣਾ ਤੇ ਗੱਲ ਫੇਰ ਆਈ ਗਈ ਹੋ ਜਾਣੀਆਂ। ਤੇ ਇਸੇ ਕਰਕੇ ਜੀ ਪ੍ਰਸਥਿਤੀਆਂ ਜਿਉਂਦੀਆਂ ਤਿਉਂ ਬਣ ਜਾਂਦੀਆਂ। ਕੈਬਨਿਟ ਦਾ ਲਿਆ ਹੋਇਆ ਫੈਸਲਾ ਕਿ ਜਿੰਨੀ ਦੇਰ ਤੱਕ ਕਰਨ ਅਵਤਾਰ ਸਿੰਘ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ, ਅਸੀਂ ਕੈਬਨਿਟ ਦੀ ਮੀਟਿੰਗ 'ਚ ਉਹਨੂੰ ਸ਼ਾਮਲ ਨਹੀਂ ਹੋਣ ਦੇਣਾ। ਉਹਨੂੰ ਵੀ ਡਿਨਰ ਡਿਪਲੋਮੈਸੀ, ਲੰਚ ਡਿਪਲੋਮੈਸੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਨੂੰ ਠੰਡਾ ਕਰ ਲਿਆ ਸੀਗਾ। ਤੇ ਇਹ ਤਾਂ ਫਿਰ ਹੈ ਹੀ ਇਕੱਲੇ ਇਕੱਲੇ ਵਿਧਾਇਕ ਆ ਜਿਹੜੇ ਆਵਾਜ਼ ਚੁੱਕਦੇ। ਇੱਥੇ ਤੱਕ ਕੈਬਨਿਟ ਨੂੰ ਕਿੱਦਾਂ ਐਡਜਸਟ ਕਰਨਾ ਤੇ ਕਿੱਦਾਂ ਉਹਨੂੰ ਟਿਕਾਣੇ ਤੇ ਲੈ ਕੇ ਆਉਣਾ ਕੈਪਟਨ ਅਮਰਿੰਦਰ ਸਿੰਘ ਚੰਗੀ ਤਰ੍ਹਾਂ ਜਾਣਦੇ ਨੇ। ਪਰ ਤੇ ਜੇ ਇਦਾਂ ਹੀ ਸਿਰਫ ਆਪਣੀ ਕੈਬਨਿਟ ਨੂੰ ਤੇ ਵਿਧਾਇਕਾਂ ਨੂੰ ਐਡਜਸਟ ਕਰਦੇ ਰਹਿ ਗਏ ਕੈਪਟਨ ਅਮਰਿੰਦਰ ਸਿੰਘ, ਤੇ 2022 ਚ ਉਹਨਾਂ ਦਾ ਆਪਣਾ ਐਡਜਸਟ ਹੋਣਾ, ਲੋਕਾਂ ਨੂੰ ਵੋਟ ਲਈ ਐਡਜਸਟ ਕਰਨਾ ਕਾਂਗਰਸ ਦੇ ਪੱਖ ਦੇ ਵਿੱਚ ਔਖਾ ਹੋ ਜਾਏਗਾ। ਜੀ ਬਿਲਕੁਲ। ਔਰ ਮੇਰੇ ਖਿਆਲ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਬਾਬਿਆਂ ਕੋਲ ਜਾ ਕੇ ਦੁੱਖ ਸਾਂਝਾ ਕਰਦੇ, ਇਹੀ ਕਿਤੇ ਵਿਧਾਇਕ ਮਿਲ ਕੇ ਆਪਸ ਵਿੱਚ ਦੁੱਖ ਸਾਂਝਾ ਕਰ ਲੈਣ ਤਾਂ ਸ਼ਾਇਦ ਕੁਝ ਉਹਦਾ ਅਸਰ ਜਾਂ ਨਤੀਜਾ ਹੋਰ ਹੋ ਸਕਦਾ। ਖੈਰ ਜਸਵੀਰ ਜੀ, ਅਗਲੀ ਖਬਰ ਵੱਲ ਵਧਦੇ ਹਾਂ, ਕਿਉਂਕਿ ਆਰਡੀਨੈਂਸ ਦਾ ਮੁੱਦਾ ਇਸ ਵਕਤ ਕਾਫੀ ਭਖਿਆ ਹੋਇਆ, ਜਿਹੜਾ ਖੇਤੀ ਆਰਡੀਨੈਂਸ ਦਾ। ਔਰ ਇਸ ਚੱਕਰ ਦੇ ਵਿੱਚ ਲੱਗਦਾ ਕਿ ਜਿਹੜਾ ਇੱਕ ਪਤੀ ਪਤਨੀ ਦਾ ਰਿਸ਼ਤਾ ਸੀਗਾ, ਇੱਕ 9 ਮਾਸ ਦਾ ਰਿਸ਼ਤਾ ਸੀ, ਸ਼ਾਇਦ ਇਹ ਟੁੱਟਣ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੋ ਸਕਦਾ ਕਿ ਸ਼ਾਇਦ ਵਜ਼ੀਰੀ ਵੀ ਛੱਡ ਦਿੱਤੀ ਜਾਵੇ, ਹੋ ਸਕਦਾ ਕਿ ਇਹ ਗੱਠਜੋੜ ਵੀ ਟੁੱਟ ਜਾਵੇ। ਤੁਹਾਡਾ ਕੀ ਕਹਿਣਾ ਇਸ ਮਸਲੇ ਉੱਤੇ? ਆ ਜਿਹੜੀ ਗੱਲ ਤੁਸੀਂ ਕੀਤੀ ਨਾ ਪਤੀ ਪਤਨੀ ਵਾਲੇ ਰਿਸ਼ਤੇ ਵਾਲੀ, ਮੈਨੂੰ ਪਤਾ ਨਹੀਂ ਕਿਉਂ ਇਸ ਵੇਲੇ ਇਹ ਚੀਜ਼ ਲੱਗਦੀ ਹੈ ਕਿ ਕਿਸੇ ਸਮੇਂ ਇਸ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਪਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਤੇ ਪਤਨੀ ਭਾਰਤੀ ਜਨਤਾ ਪਾਰਟੀ ਸੀ। ਕਿਉਂਕਿ ਮਰਦ ਪ੍ਰਧਾਨ ਸਮਾਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪਿੱਤਰ ਸੱਤਾ ਦੀ ਜਦੋਂ ਗੱਲ ਕਰਦੇ ਹਾਂ, ਉੱਥੇ ਮਰਦ ਦਾ ਦਾਬਾ ਚੱਲਦਾ ਹੈ, ਇਹ ਮੰਨਦੇ ਹਾਂ ਅਸੀਂ। ਤੇ ਉਸ ਦਾਬੇ ਦੇ ਤਹਿਤ ਔਰਤ ਰਹਿੰਦੀ ਆ। ਉਹ ਦਾਬਾ ਅਕਾਲੀ ਦਲ ਦਾ ਚੱਲਦਾ ਸੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ, ਤੇ ਭਾਰਤੀ ਜਨਤਾ ਪਾਰਟੀ ਉਸ ਦਾਬੇ ਨੂੰ ਕਬੂਲ ਵੀ ਕਰਦੀ ਸੀਗੀ। ਹੁਣ ਕੀ ਹੋਇਆ? ਹੁਣ ਇਹ ਰਿਸ਼ਤਾ ਜਿਹੜਾ ਆ, ਕਹਿ ਸਕਦੇ ਕਿ ਨਾਰੀ ਸਸ਼ਕਤੀਕਰਨ ਵਾਲਾ ਜਿਹੜਾ ਇਸ ਵੇਲੇ ਬੋਲਬਾਲਾ ਚੱਲਦਾ ਪਿਆ। ਹੋ ਸਕਦਾ ਕਿਸੇ ਨੂੰ ਇਤਰਾਜ਼ ਵੀ ਹੋਵੇ ਇਸ ਗੱਲ ਤੇ, ਪਰ ਜਦੋਂ ਅਸੀਂ ਸਿਆਸੀ ਸਮੀਕਰਨਾਂ ਦੇ ਹਿਸਾਬ ਨਾਲ ਦੇਖਦੇ, ਮੈਨੂੰ ਲੱਗਦਾ ਕਿ ਇਸ ਪਤੀ ਪਤਨੀ ਵਾਲੇ ਰਿਸ਼ਤੇ ਦੇ ਵਿੱਚ ਵੀ ਨਾਰੀ ਸਸ਼ਕਤੀਕਰਨ ਹੋ ਗਿਆ। ਭਾਜਪਾ ਨੇ ਆਪਣੀ ਤਾਕਤ ਜਿਹੜੀ ਆ ਉਹ ਵਧਾਈ ਹੈ, ਔਰ ਵਧਾਉਣ ਦੇ ਨਾਲ ਨਾਲ ਹੁਣ ਦਾਬਾ ਉਹਨੇ ਆਪਣੇ ਪਤੀ ਤੇ ਚਲਾਉਣਾ ਸ਼ੁਰੂ ਕਰ ਦਿੱਤਾ। ਤੇ ਜਿਹਨੇ ਸਾਰੀ ਜ਼ਿੰਦਗੀ ਆਪ ਦਾਬਾ ਚਲਾਇਆ ਹੋਵੇ, ਫਿਰ ਉਹ ਦਾਬੇ ਥੱਲੇ ਰਹਿਣਾ ਜਿਹੜਾ ਉਹ ਕਬੂਲ ਨਹੀਂ ਕਰਦਾ। ਸ਼ਾਇਦ ਇਹੀ ਕਾਰਨ ਹੈ ਕਿ ਇਹ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੁਣ ਟੁੱਟਦਾ ਨਜ਼ਰ ਆਇਆ। ਕਿਤੇ ਕਿਤੇ ਤਲਾਕ ਦੀਆਂ ਗੱਲਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਦਰਅਸਲ ਆ ਖੇਤੀ ਆਰਡੀਨੈਂਸ ਜਿਹੜੇ ਨੇ, ਇਹਨਾਂ ਨੇ ਵੱਡੀ ਮੁਸ਼ਕਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਾ ਦਿੱਤਾ। ਹੁਣ ਕੱਲੇ ਖੇਤੀ ਆਰਡੀਨੈਂਸਾਂ ਨੇ ਨਹੀਂ ਪਾਇਆ, ਭਾਰਤੀ ਜਨਤਾ ਪਾਰਟੀ ਨੇ ਵੀ ਪਾਤਾ। ਜੇ ਤਾਂ ਗੱਲ ਕੱਲੇ ਆਰਡੀਨੈਂਸਾਂ ਦੀ ਹੁੰਦੀ ਤੇ ਹੋ ਸਕਦਾ ਸੀ ਯੂ ਟਰਨ ਲਿਆ, ਠੀਕ ਹੈ ਅਸੀਂ ਕਿਸਾਨਾਂ ਦੇ ਹੱਕ 'ਚ ਆ ਕਰ ਦਾਂਗੇ, ਉਹ ਕਰ ਦਾਂਗੇ, ਕਿਤੇ ਨਾ ਕਿਤੇ ਗੱਲ ਚੱਲ ਜਾਂਦੀ। ਹੁਣ ਇਹਨਾਂ ਆਰਡੀਨੈਂਸਾਂ ਦੇ ਬਾਰੇ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਦੇ, ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਆਰਡੀਨੈਂਸ ਟੇਬਲ ਕਿੱਦਣ ਕਰਨੇ ਆ। ਲੋਕ ਸਭਾ ਦੇ ਵਿੱਚ ਗੈਰ ਹਾਜ਼ਰ ਹੁੰਦੇ ਉਸ ਦਿਨ। ਫਿਰ ਇਹ ਕਹਿੰਦੇ ਸਾਨੂੰ ਦੱਸਿਆ ਨਹੀਂ ਗਿਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਰੱਖੀਆਂ ਗਈਆਂ ਆ ਆਰਡੀਨੈਂਸ ਦੇ ਵਿੱਚ। ਫਿਰ ਕਹਿੰਦੇ ਆ ਕਿ ਕਿਸਾਨਾਂ ਦੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਸਾਨੂੰ ਹਨੇਰੇ 'ਚ ਰੱਖਿਆ ਗਿਆ। ਜਾਣੀ ਕਿ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਵੀ ਇੱਕ ਜ਼ਰਾ ਜਿੰਨਾ ਅੱਖਰ ਨਹੀਂ ਦੱਸਿਆ ਕਿ ਭਾਈ ਇਸ ਮਾਮਲੇ ਦੇ ਵਿੱਚ ਅਸੀਂ ਕਰ ਕੀ ਰਹੇ ਹਾਂ।
ਸ਼ਾਇਦ ਇਸੇ ਕਰਕੇ ਉਹ ਚਿੱਠੀਆਂ ਲੈ ਕੇ ਕਦੀ ਘੁੰਮਦੇ ਰਹੇ, ਕਦੀ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਰਹੇ ਕਿ ਜੀ ਸਮਰਥਨ ਮੁੱਲ ਤਾਂ ਖਤਮ ਨਹੀਂ ਹੋਣਾ, ਕਾਂਗਰਸ ਐਵੇਂ ਹੀ ਵਿਰੋਧ ਕਰਦੀ, ਇਹ ਬਿੱਲ ਤਾਂ ਬਹੁਤ ਵਧੀਆ। ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਦੀ ਵੀਡੀਓ ਵੀ ਬਣਵਾ ਕੇ ਪੋਸਟ ਕਰਵਾਤੀ ਸੋਸ਼ਲ ਮੀਡੀਆ ਤੇ ਕਿ ਤੁਸੀਂ ਵੀ ਬੋਲਦੇ ਹੋ ਭਾਈ ਕਿ ਆ ਬਿੱਲ ਬਹੁਤ ਵਧੀਆ ਹੈ। ਤੇ ਆ ਜਦੋਂ ਸੁਖਬੀਰ ਬਾਦਲ ਹੋਰਾਂ ਨੇ ਯੂ ਟਰਨ ਲਿਆ, ਉਦੋਂ ਬਾਅਦ ਬਾਦਲ ਸਾਹਿਬ ਦੀ ਵੀ ਕੋਈ ਵੀਡੀਓ ਨਹੀਂ ਸਾਹਮਣੇ ਆਈ। ਹੁਣ ਵੀ ਵੀਡੀਓ ਬਣਵਾ ਕੇ ਪਾ ਦਿੰਦੇ ਕਿ ਭਾਈ ਨਹੀਂ, ਜੋ ਪਹਿਲਾਂ ਗੱਲ ਕਹੀ ਸੀ ਅਸੀਂ ਉਹ ਗਲਤ ਸੀ, ਹੁਣ ਵਾਲੀ ਗੱਲ ਸਹੀ। ਮੈਨੂੰ ਲੱਗਦਾ ਕਿ ਬਾਦਲ ਸਾਹਿਬ ਵੈਸੇ ਹੀ ਹੁਣ ਸੋਚਦੇ ਹੋਣੇ ਕਿ ਭਾਈ ਇਹ ਤਾਂ ਪਲਟਾ ਮਾਰ ਗਿਆ ਆ ਸੁਖਬੀਰ ਬਾਦਲ, ਇਹਦਾ ਤਾਂ ਜਾਣਾ ਕੱਖ ਨਹੀਂ ਆ। ਪਹਿਲਾਂ ਵੀ ਕਿਤੇ ਨਾ ਕਿਤੇ ਪਲਟਾ ਮਾਰ ਜਾਂਦਾ ਰਿਹਾ ਆ, ਪਹਿਲਾਂ ਵੀ ਉਦਾਂ ਕਦਾ ਹੀ ਵਿਸ਼ਵਾਸ ਲੋਕ ਕਰਦੇ ਸੀਗੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀਗੇ। ਮੈਂ ਜੇ ਹੁਣ ਪਲਟਾ ਮਾਰਿਆ ਨਾ, ਮੇਰੇ ਤੇ ਵਿਰੋਧੀ ਧਿਰਾਂ ਨੇ ਚੜ ਕੇ ਬਹਿ ਜਾਣਾ ਆ। ਸੋ ਇਸ ਕਰਕੇ ਉਹ ਤਾਂ ਬਾਲਾਸਰ ਵਾਲੇ ਆਪਣੇ ਹਰਿਆਣੇ ਦੇ ਫਾਰਮ ਹਾਊਸ 'ਚ ਜਾ ਕੇ ਬਹਿ ਗਿਆ ਪ੍ਰਕਾਸ਼ ਸਿੰਘ ਬਾਦਲ ਹੋਰੀ। ਬਹਾਨਾ ਭਾਵੇਂ ਕਰੋਨਾ ਦਾ ਆ, ਇਹਤਿਆਤ ਰੱਖਣੀ ਵੀ ਚਾਹੀਦੀ ਆ ਕਿਉਂਕਿ ਬਜ਼ੁਰਗ ਵਾਰ ਨੇ ਔਰ ਕਰੋਨਾ ਵਾਇਰਸ ਕਿਹਾ ਜਾ ਰਿਹਾ ਕਿ ਜਿਹਨਾਂ ਦੀ ਇਮਿਊਨਿਟੀ ਕਮਜ਼ੋਰ ਆ, ਜਿਹੜੇ ਬਜ਼ੁਰਗ ਨੇ, ਹੋਰਨਾਂ ਬਿਮਾਰੀਆਂ ਨਾਲ ਪੀੜਿਤ ਨੇ, ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਉਹਨਾਂ ਨੂੰ ਇਹਤਿਆਤ ਰੱਖਣੀ ਵੀ ਚਾਹੀਦੀ ਆ। ਪਰ ਉਹਨਾਂ ਇਹਤਿਆਤਾਂ ਦੇ ਵਿੱਚੋਂ ਹੀ ਉਦੋਂ ਵੀਡੀਓ ਬਣਾ ਕੇ ਭੇਜੀ ਸੀ ਉਹਨਾਂ ਨੇ ਕਿ ਬਿੱਲ ਬਹੁਤ ਵਧੀਆ ਆ, ਕਿਸਾਨਾਂ ਦੇ ਪੱਖ ਦਾ ਆ ਆਰਡੀਨੈਂਸ। ਤੇ ਹੁਣ ਵੀ ਇੱਕ ਵੀਡੀਓ ਬਣਾ ਕੇ ਪਾ ਦਿੰਦੇ ਕਿ ਭਾਈ ਮੇਰੇ ਪੁੱਤਰ ਨੇ ਜਿਹੜਾ ਯੂ ਟਰਨ ਲਿਆ ਬਹੁਤ ਵਧੀਆ ਲਿਆ। ਪਰ ਇਸ ਸਭ ਦੇ ਦਰਮਿਆਨ ਪ੍ਰੇਮ ਸਿੰਘ ਚੰਦੂਮਾਜਰਾ, ਪਵਨ ਕੁਮਾਰ ਟੀਨੂ ਤੇ ਕੁਝ ਹੋਰ ਲੋਕਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਅਕਾਲੀ ਦਲ ਦੀਆਂ, ਉਹ ਸਾਫ਼ ਤੌਰ ਤੇ ਦੱਸਦੀਆਂ ਨੇ ਕਿ ਅਕਾਲੀ ਦਲ ਵੀ ਹੁਣ ਭਾਰਤੀ ਜਨਤਾ ਪਾਰਟੀ ਤੋਂ ਅੱਕ ਗਿਆ ਆ। ਪਵਨ ਟੀਨੂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਭਾਜਪਾ ਨੇ ਹੁਣ ਦੇਖਣਾ ਹੈ ਕਿ ਉਹਨੂੰ ਅਕਾਲੀ ਦਲ ਦਾ ਸਾਥ ਚਾਹੀਦਾ 2022 ਚ ਜਾਂ ਨਹੀਂ ਚਾਹੀਦਾ, ਕਿਉਂਕਿ ਜੋ ਉਹਨਾਂ ਨੇ ਆਰਡੀਨੈਂਸਾਂ ਦੇ ਮਾਮਲੇ 'ਚ ਕੀਤਾ ਉਹ ਠੀਕ ਨਹੀਂ ਕੀਤਾ। ਪ੍ਰੇਮ ਸਿੰਘ ਚੰਦੂਮਾਜਰਾ ਦਾ ਵੀ ਇਹੀ ਕਹਿਣਾ ਆ ਕਿ ਹੋ ਸਕਦਾ ਹੈ ਕਿ ਤੋੜ ਵਿਛੋੜੇ ਜਿਹੜੇ ਆ ਸਾਡੇ ਭਾਰਤੀ ਜਨਤਾ ਪਾਰਟੀ ਨਾਲ ਹੋ ਜਾਣ ਕਿਉਂਕਿ ਪਰਿਸਥਿਤੀਆਂ ਬਹੁਤੀਆਂ ਸੁਖਾਵੀਆਂ ਨਹੀਂ। ਇਹ ਟੁੱਟ ਭੱਜ ਜਿਹੜੀ ਆ ਭਾਜਪਾ ਨੂੰ ਰਾਸ ਆਉਂਦੀ ਆ ਜਾਂ ਨਹੀਂ ਰਾਸ ਆਉਂਦੀ, ਅਕਾਲੀ ਦਲ ਦਾ ਕਿੰਨਾ ਕੁ ਨਫਾ ਕਰਦੀ ਹੈ, ਕਿੰਨਾ ਕੁ ਨੁਕਸਾਨ ਕਰਦੀ ਹੈ, ਇਹ ਤਾਂ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ 9 ਮਾਸ ਦੇ ਰਿਸ਼ਤੇ ਦੇ ਵਿੱਚ ਤੇ ਤੁਹਾਡੇ ਕਹਿਣ ਦੇ ਮੁਤਾਬਕ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਤਰੇੜਾਂ ਜਿਹੜੀਆਂ ਸਾਫ਼ ਤੌਰ ਤੇ ਨਜ਼ਰ ਆਉਣ ਲੱਗ ਪਈਆਂ। ਪਹਿਲਾਂ ਭਾਜਪਾ ਅਗਰੈਸਿਵ ਸੀ, ਥੋੜੀ ਜਿਹੀ ਤਿੱਖੇ ਰੂਪ 'ਚ ਬਿਆਨਬਾਜ਼ੀਆਂ ਕਰਦੀ ਸੀ, ਹੁਣ ਅਕਾਲੀ ਦਲ ਦੇ ਲੀਡਰਾਂ ਨੇ ਤਿੱਖੀਆਂ ਬਿਆਨਬਾਜ਼ੀਆਂ ਸ਼ੁਰੂ ਕਰ ਦਿੱਤੀਆਂ ਨੇ। ਪਰ ਕਿਸਾਨ ਮੈਨੂੰ ਲੱਗਦਾ ਕਿ ਏਡੀ ਛੇਤੀ ਇਹਨਾਂ ਦੇ ਪਚਲਾਵੇ 'ਚ ਆਉਣ ਵਾਲੇ ਨਹੀਂ। ਜੀ ਪਹਿਲਾਂ ਕਿਉਂਕਿ ਲਗਾਤਾਰ ਆਰਡੀਨੈਂਸ ਦਾ ਜਿਹੜਾ ਹਮਾਇਤ ਕੀਤੀ ਜਾ ਰਹੀ ਸੀ ਅਕਾਲੀ ਦਲ, ਪਰ ਕੱਲ ਜਦੋਂ ਹੀ ਪਹਿਲਾਂ ਸੁਖਬੀਰ ਬਾਦਲ ਨੇ ਯੂ ਟਰਨ ਲਿਆ ਤਾਂ ਇੱਕਦਮ ਜਿਹੜੇ ਅਕਾਲੀ ਦਲ ਦੇ ਸਾਰੇ ਬੁਲਾਰੇ ਸੀ, ਚਾਹੇ ਅਸੀਂ ਚੰਦੂਮਾਜਰਾ ਉਹਨਾਂ ਦੀ ਗੱਲ ਕਰ ਲਈ, ਕਿਉਂਕਿ ਚੰਦੂਮਾਜਰਾ ਵਾਲਾ ਜਿਹੜੀ ਉਹਨਾਂ ਨੇ ਬਿਆਨ ਦਿੱਤਾ ਉਹ ਕਾਫੀ ਸਮਝਣ ਵਾਲਾ ਸੀ, ਕਾਫੀ ਗੁੱਝੇ ਸ਼ਬਦ ਵਰਤੇ ਉਹਨਾਂ ਨੇ। ਹੋਰ ਫਿਰ ਪਵਨ ਟੀਨੂ ਦੀ ਗੱਲ ਕਰ ਲਈਏ, ਚਾਹੇ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰ ਲਈਏ, ਇਹ ਜਿਹੜਾ ਇੱਕਦਮ ਅਟੈਕ ਜਿਹੜਾ ਅਕਾਲੀ ਦਲ ਨੇ ਹੁਣ ਭਾਜਪਾ ਤੇ ਸ਼ੁਰੂ ਕੀਤਾ ਤਾਂ ਲੱਗਦਾ ਕਿ ਉੱਪਰੋਂ ਕੋਈ ਚੰਗੇ ਹੁਕਮ ਚੜੇ ਹੋਏ ਆ ਕਿ ਤੁਸੀਂ ਖੁੱਲ ਕੇ ਬੋਲੋ, ਹੁਣ ਆਪਦਾ ਜਿਹੜਾ ਗੁੱਸਾ ਇੰਨੇ ਚਿਰ ਦਾ ਅੰਦਰ ਰੱਖਿਆ ਉਹਨੂੰ ਕੱਢੋ, ਹੁਣ ਕਿ ਸ਼ਾਇਦ ਹੁਣ ਕੁਝ ਕਰਨ ਦਾ ਵੇਲਾ ਆ ਗਿਆ। ਪਤਾ ਨਹੀਂ ਹੁਕਮ ਦਿੱਤੇ ਆ ਜਾਂ ਨਹੀਂ ਦਿੱਤੇ, ਪਰ ਇੱਕ ਗੱਲ ਜ਼ਰੂਰ ਹੈ, ਇਹ ਗੁੱਪ ਘਰਾਟ ਕੱਢਦੇ ਪਏ ਆ ਅਕਾਲੀ ਦਲ ਦੇ ਲੀਡਰ। ਕਿਉਂਕਿ ਪਹਿਲਾਂ ਕਿਤੇ ਨਾ ਕਿਤੇ ਕਿਉਂਕਿ ਪ੍ਰਧਾਨ ਹਮਾਇਤ ਕਰਦਾ ਸੀਗਾ, ਕੇਂਦਰੀ ਮੰਤਰੀ ਹਮਾਇਤ ਕਰਦੀ ਪਈ ਸੀ ਇਹਨਾਂ ਬਿੱਲਾਂ ਦੀ, ਤੇ ਨਾਲ ਦੀ ਨਾਲ ਵੱਡੇ ਬਾਦਲ ਸਾਹਿਬ ਵੀ ਹਮਾਇਤ ਕਰਦੇ ਪਏ ਸੀ, ਤੇ ਇਹਨਾਂ ਨੂੰ ਮਜਬੂਰੀ ਵਸ ਹਮਾਇਤ ਕਰਨੀ ਪੈ ਰਹੀ ਸੀ। ਹੁਣ ਇਹਨਾਂ ਨੂੰ ਇਦਾਂ ਦੀਆਂ ਬਿਆਨਬਾਜ਼ੀਆਂ ਕਰਨ ਲਈ ਸੁਖਬੀਰ ਬਾਦਲ ਨੇ ਕਿਹਾ ਏ ਜਾਂ ਨਹੀਂ ਕਿਹਾ ਇਹ ਤਾਂ ਪਤਾ ਨਹੀਂ, ਪਰ ਸੁਖਬੀਰ ਬਾਦਲ ਦੇ ਯੂ ਟਰਨ ਦੇ ਨਾਲ ਇਹਨਾਂ ਨੂੰ ਗੱਲ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ। ਪਹਿਲਾਂ ਦੱਬੀ ਜ਼ੁਬਾਨ 'ਚ ਕਰਦੇ ਸੀਗੇ, ਹੁਣ ਖੁੱਲ ਕੇ ਕਰਨੀ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਬਾਦਲ ਜਿਹੜਾ ਆ ਉਹ ਹੁਣ ਬੇਸ਼ੱਕ ਜੋ ਮਰਜ਼ੀ ਕਵੇ, ਜੋ ਮਰਜ਼ੀ ਕਰੇ, ਪਰ ਇਹਨਾਂ ਲੀਡਰਾਂ ਦੀਆਂ ਬਿਆਨਬਾਜ਼ੀਆਂ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਦੱਸਦੀਆਂ ਕਿ ਅੱਕੇ ਅਕਾਲੀ ਵੀ ਬਹੁਤ ਪਿਆ ਹੁਣ ਭਾਰਤੀ ਜਨਤਾ ਪਾਰਟੀ ਦੇ ਕੋਲੋਂ, ਤੇ ਸੁਖਬੀਰ ਬਾਦਲ ਦੇ ਕੋਲੋਂ ਵੀ ਇਹ ਅਕਾ ਜਿਹੜਾ ਆ ਉਹ ਹੋ ਸਕਦਾ ਆ, ਕਿਉਂਕਿ ਕੁੱਲ ਮਿਲਾ ਕੇ ਦੋਨੋਂ ਹੀ ਟੱਬਰ ਦੇ ਜੀ ਜਿਹੜੇ ਆ ਉਹ ਸੰਸਦ ਦੇ ਵਿੱਚ ਬੈਠੇ ਆ, ਤੇ ਇੱਧਰ ਜਿਹੜੇ ਵਿਧਾਇਕ ਆ ਉਹਨਾਂ ਨੂੰ ਕਿਸੇ ਪਾਣੀ ਪੁੱਛਣ ਵਾਲਾ ਵੀ ਸਥਿਤੀ ਦੇ ਵਿੱਚ ਨਹੀਂ ਰੱਖਿਆ ਗਿਆ, ਕਿਉਂਕਿ ਤੀਜੇ ਨੰਬਰ ਦੀ ਪਾਰਟੀ ਜਿਹੜੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਇਹ ਬਣੀ ਹੋਈ ਹੈ। ਸੋ ਉਸ ਪਰਿਸਥਿਤੀ ਦੇ ਵਿੱਚ ਜਦੋਂ ਇਦਾਂ ਦੀਆਂ ਸਥਿਤੀਆਂ ਪੈਦਾ ਹੁੰਦੀਆਂ, ਫਿਰ ਪਾਰਟੀ ਨੂੰ ਲੱਗਦਾ ਕਿ ਭਾਈ ਬਾਦਲ ਪਰਿਵਾਰ ਤਾਂ ਸਿਰਫ ਆਪਣੇ ਪਰਿਵਾਰ ਦੀ ਵਜ਼ੀਰੀ ਦੇਖਦਾ ਪਿਆ, ਇੱਕ ਕੁਰਸੀ ਦੇਖਦਾ ਪਿਆ। ਕਹਿਣ ਨੂੰ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ। ਇਹ ਕਿੰਨੀ ਵਾਰੀ ਸ਼ਬਦ ਜਿਹੜਾ ਸੁਖਬੀਰ ਬਾਦਲ ਨੇ ਵਰਤ ਲਿਆ ਆ ਕਿ ਕੁਰਬਾਨੀ ਦੇਣ ਲਈ ਤਿਆਰ ਹਾਂ, ਪਰ ਅੱਜ ਤੱਕ ਇੱਕ ਕੁਰਸੀ ਦੀ ਕੁਰਬਾਨੀ ਨਹੀਂ ਦਿੱਤੀ ਗਈ। ਜਿੰਨੀ ਵਾਰੀ ਕੇਂਦਰ ਸਰਕਾਰ ਨੇ ਬਾਂਹ ਮਰੋੜੀ ਹੈ ਸੂਬਿਆਂ ਦੀ, ਜਿੰਨੀ ਵਾਰੀ ਫੈਡਰਲ ਢਾਂਚੇ ਦੇ ਵਿੱਚ ਸਨਮਾਰੀ ਕੀਤੀ ਹੈ, ਉਨੀ ਵਾਰੀ ਸੁਖਬੀਰ ਬਾਦਲ ਹੋਰਾਂ ਨੇ, ਹਰਸਿਮਰਤ ਕੌਰ ਬਾਦਲ ਹੋਰਾਂ ਨੇ ਚੁੱਪੀ ਧਾਰੀ ਹੈ, ਗੱਲ ਨਹੀਂ ਕੀਤੀ, ਕੁਰਬਾਨੀ ਕੋਈ ਨਹੀਂ ਕੀਤੀ। ਹੁਣ ਆ ਖੇਤੀ ਆਰਡੀਨੈਂਸ ਕੱਲਾ ਕਿਤੇ ਕਿਸਾਨਾਂ ਦੇ ਹੱਕ ਮਾਰਨ ਵਾਲਾ ਥੋੜੀ ਹੈ
ਕਿਤੇ ਇਹੀ ਇਕੱਲਾ ਥੋੜੀ ਆ ਕਿ ਇਹਦੇ ਨਾਲ ਜਿਹੜਾ ਆ ਉਹ ਨਿੱਜੀ ਹੱਥਾਂ ਦੇ ਵਿੱਚ ਖੇਤੀਬਾੜੀ ਦਾ ਕਾਰੋਬਾਰ ਜਿਹੜਾ ਚੱਲ ਜਾਏਗਾ, ਖਰੀਦ ਦਾ ਕੰਮ ਚਲੇ ਜਾਏਗਾ ਤੇ ਕਿਸਾਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤਾਂ ਆਉਣਗੀਆਂ। ਭਾਈ ਇਹਦੇ ਨਾਲ ਸਿੱਧੇ ਤੌਰ ਤੇ ਸੂਬਿਆਂ ਦਾ ਹੱਕ ਵੀ ਮਾਰਿਆ ਗਿਆ, ਕਿਉਂਕਿ ਜਿਸ ਸੂਬੇ ਦੇ ਵਿੱਚ ਫਸਲ ਦੀ ਖਰੀਦ ਹੋਣੀ ਸੀ ਉਸ ਸੂਬੇ ਦੀ ਸਰਕਾਰ ਦੇ ਅਧੀਨ ਮੰਡੀ ਸਿਸਟਮ ਹੋਣਾ ਸੀਗਾ, ਉਸ ਮੰਡੀ ਸਿਸਟਮ ਤੋਂ ਟੈਕਸ ਉਗਰਾਏ ਜਾਣੇ ਸੀਗੇ, ਉਹ ਟੈਕਸ ਸੂਬਿਆਂ ਨੂੰ ਨਫਾ ਦੇ ਕੇ ਜਾਣਾ ਸੀ, ਉਹ ਆਪਣੇ ਪੱਧਰ ਤੇ ਖਰਚ ਕਰ ਸਕਦੇ ਸੀ। ਹੁਣ ਸਿੱਧਾ ਹੀ ਖਤਮ ਕਰ ਦੇਣਾ ਉਹ ਹੱਕ ਵੀ ਕਿ ਸੂਬਿਆਂ ਦੇ ਕੋਲ ਹੱਕ ਨਹੀਂ। ਹੁਣ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕਰਨੀ ਪੈਂਦੀ ਸੀਗੀ ਸੂਬਿਆਂ ਨੂੰ, ਖਰੀਦ ਲਈ ਪੈਸੇ ਦੇਣੇ ਪੈਂਦੇ ਸੀ, ਉਹ ਬੰਦ ਹੋ ਜਾਣਗੇ। ਪ੍ਰਾਈਵੇਟ ਫਰਮਾਂ ਨੂੰ ਆਪਣੇ ਤਰੀਕੇ ਨਾਲ ਜੋ ਕਰਨਾ ਹੋਊਗਾ ਕਰਨਗੇ, ਜੋ ਨਹੀਂ ਕਰਨਾ ਹੋਊਗਾ ਉਹ ਨਹੀਂ ਕਰਨਗੇ। ਸਿੱਧਾ ਹੀ ਕੇਂਦਰ ਸਰਕਾਰ ਦੇ ਹੱਥਾਂ ਦੇ ਵਿੱਚੋਂ ਗੱਲਾਂ ਚਲੇ ਗਈਆਂ। ਮਸਲਾ ਤਾਂ ਇਹ ਹੈ ਇੱਕ ਇੱਕ ਕਰਕੇ ਜਿਹੜਾ ਆ ਉਹ ਪਿਛਲੇ ਦਰਵਾਜ਼ੇ ਥਾਣੀ ਸੂਬਿਆਂ ਦੇ ਹੱਕ ਮਾਰ ਕੇ ਕੇਂਦਰ ਜਿਹੜਾ ਆ ਉਹ ਇੱਕ ਹੱਥ 'ਚ ਤਾਕਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰ ਰਿਹਾ। ਜਿਹੜਾ ਨਾਰਾ ਦਿੱਤਾ ਜਾਂਦਾ ਨਾ ਇਹਨਾਂ ਵੱਲੋਂ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਇੱਕ ਦੇਸ਼ ਇੱਕ ਤੇ ਉਸੇ ਦੇ ਵਿੱਚ ਆ ਕਿ ਇੱਕ ਦੇਸ਼ ਇੱਕ ਤਾਕਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਇਸ ਵੇਲੇ ਅਸਿੱਧੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ। ਔਰ ਇਹ ਖੇਤੀ ਆਰਡੀਨੈਂਸ ਇਹ ਵੀ ਉਸੇ ਚੋਂ ਹੀ ਆ। ਬਿਜਲੀ ਸੋਧ ਬਿੱਲ ਜਿਹੜਾ ਆ ਉਹ ਵੀ ਇਸੇ ਦਾ ਇੱਕ ਹਿੱਸਾ ਕਿਹਾ ਜਾ ਸਕਦਾ। ਬਿਜਲੀ ਸੋਧ ਬਿੱਲ ਵੀ ਜਿਹੜਾ ਉਹ ਕੇਂਦਰ ਦੇ ਹੱਥ ਚੱਲ ਜਾਣੀ ਆ ਤਾਕਤ, ਬਿਜਲੀ ਦੇ ਭਾਅ, ਖਰੀਦ ਫਰੋਖਤ ਸਾਰੀਆਂ ਤਾਕਤਾਂ ਉਹਦੇ 'ਚ ਚੱਲ ਜਾਣੀਆਂ। ਹੁਣ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਕਿ ਕਿਵੇਂ ਕੇਂਦਰ ਤਾਕਤਾਂ ਆਪਣੇ ਹੱਥ 'ਚ ਕਰਨ ਦੀ ਕੋਸ਼ਿਸ਼ 'ਚ ਲੱਗਾ ਹੋਇਆ। 20 ਜਿਹੜੇ ਆ ਉਹ ਬਿੱਲ ਆ ਰਹੇ ਆ ਇਸ ਇਜਲਾਸ ਦੇ ਵਿੱਚ ਨਾ। 20 ਬਿੱਲਾਂ ਦੇ ਵਿੱਚ ਇੱਕ ਬਿੱਲ ਪਤਾ ਕਿਹੜਾ ਆ? ਇੱਕ ਬਿੱਲ ਹੈ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀਆਂ ਤਾਕਤਾਂ ਵਧਾਉਣ ਦਾ। ਅਸੀਂ ਸਾਰੇ ਜਣੇ ਜਾਣਦੇ ਹਾਂ ਕੇਜਰੀਵਾਲ ਸਰਕਾਰ ਦੇ ਨਾਲ ਲੈਫਟੀਨੈਂਟ ਗਵਰਨਰ ਦੀ ਕਿਸ ਤਰੀਕੇ ਨਾਲ ਕਾਟੋ ਕਲੇਸ਼ ਚੱਲਦਾ ਰਿਹਾ, ਤਾਕਤਾਂ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਲੜਾਈ ਗਈ ਤੇ ਉੱਥੇ ਫਿਰ ਸੁਪਰੀਮ ਕੋਰਟ ਨੂੰ ਦੱਸਣਾ ਪਿਆ ਕਿ ਭਾਈ ਚੁਣੀ ਹੋਈ ਸਰਕਾਰ ਦੀ ਆਹ ਤਾਕਤ ਹੈ, ਲੈਫਟੀਨੈਂਟ ਗਵਰਨਰ ਦੀ ਆਹ ਤਾਕਤ ਹੈ, ਤੁਸੀਂ ਆਪਣੀ ਆਪਣੀ ਤਾਕਤ ਤੇ ਆਪਣੀ ਆਪਣੀ ਹਦੂਦ 'ਚ ਰਹੋ। ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਤਾਕਤ ਤਾਂ ਹੈਗੀ ਆ ਲੈਫਟੀਨੈਂਟ ਗਵਰਨਰ ਕੋਲ, ਪਰ ਉਹਦੇ ਉੱਤੇ ਮਨਜ਼ੂਰੀ ਜ਼ਰੂਰੀ ਹੋ ਜਾਂਦੀ ਹੈ ਦਿੱਲੀ ਦੀ ਸਰਕਾਰ ਦੀ। ਕੁਝ ਚੀਜ਼ਾਂ ਦਿੱਲੀ ਦੀ ਸਰਕਾਰ ਦੇ ਕੋਲ ਤਾਕਤ ਦੇ ਵਿੱਚ ਹੈਗੀਆਂ ਪਰ ਮਨਜ਼ੂਰੀ ਜ਼ਰੂਰੀ ਹੋ ਜਾਂਦੀ ਹੈ ਲੈਫਟੀਨੈਂਟ ਗਵਰਨਰ ਦੀ। ਹੁਣ ਉਹਦੇ ਵਿੱਚ ਗੱਲਾਂ ਕਰ ਰਹੀ ਹੈ ਇਹ ਸਰਕਾਰ ਕਿ ਲੈਫਟੀਨੈਂਟ ਗਵਰਨਰ ਦੀਆਂ ਤਾਕਤਾਂ ਵਧਾ ਦਿੱਤੀਆਂ ਜਾਣ, ਉਹਨੂੰ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਾ ਪਵੇ। ਇਹ ਵੀ ਤਾਂ ਤਾਕਤਾਂ ਖੋਹਣ ਦਾ ਇੱਕ ਤਰੀਕਾ ਆ। ਚੁਣੀ ਹੋਈ ਸਰਕਾਰ ਦੀ ਤਾਕਤ ਘਟਾਉਣੀ ਹੈ, ਜਿਹੜਾ ਤੁਹਾਡਾ ਆਪਣਾ ਥੋਪਿਆ ਹੋਇਆ ਜਾਂ ਥਾਪਿਆ ਹੋਇਆ ਬੰਦਾ ਆ ਉਹਦੀ ਤਾਕਤ ਵਧਾ ਦੇਣੀ ਆ। ਸੋ ਸ਼ਕਤੀਆਂ ਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਜੇ ਕਹਿੰਦੇ ਸਾਡੀ ਖੇਤਰੀ ਪਾਰਟੀ ਆ, ਅਸੀਂ ਕਿਸਾਨ ਹਮਾਇਤੀ ਆ, ਅਸੀਂ ਪੰਥ ਹਿਤੈਸ਼ੀ ਆ, ਤੇ ਫੇਰ ਤਾਂ ਉਹਨਾਂ ਨੂੰ ਇੱਕ ਵਾਰੀ ਗੱਲ ਸਮਝਣੀ ਜ਼ਰੂਰ ਚਾਹੀਦੀ ਆ। ਪਤਾ ਨਹੀਂ ਕਿਹੜਾ ਉਹਨਾਂ ਦਾ ਸਲਾਹਕਾਰ ਆ ਜਿਹੜਾ ਸਿਆਸੀ ਸਿੱਖਿਆ ਉਹਨਾਂ ਨੂੰ ਇਦਾਂ ਦੀ ਦੇ ਰਿਹਾ ਕਿ ਸਿਰਫ ਕੁਰਸੀ ਦੇਖੋ ਤੇ ਤੁਸੀਂ ਭਵਿੱਖ ਦੇ ਵੱਲ ਨਜ਼ਰ ਹੀ ਨਾ ਮਾਰੋ ਕਿ ਇਸ ਵੇਲੇ ਜਿਹੜੀ ਕੇਂਦਰ 'ਚ ਸੱਤਾ 'ਚ ਬੈਠੀ ਸਰਕਾਰ ਆ ਉਹ ਕਿਹੋ ਜਿਹੀਆਂ ਨੀਤੀਆਂ ਬਣਾ ਰਹੀ ਹੈ ਤੇ ਉਹਨਾਂ ਨੀਤੀਆਂ ਦਾ ਭਵਿੱਖ ਦੇ ਵਿੱਚ ਅਸਰ ਕੀ ਹੋਏਗਾ। ਮੈਨੂੰ ਲੱਗਦਾ ਇਹ ਗੱਲ ਸਮਝਣੀ ਪੈਗੀ। ਜੀ ਬਿਲਕੁਲ। ਔਰ ਪਹਿਲਾਂ ਵੀ ਇਹ ਸਵਾਲ ਹੁੰਦੇ ਰਹੇ ਕਿਹੜਾ ਤਾਕਤਾਂ ਦਾ ਕੇਂਦਰੀਕਰਨ ਹੋਇਆ ਔਰ ਕਿਤੇ ਨਾ ਕਿਤੇ ਫੈਡਰਲ ਢਾਂਚਾ ਜਿਹੜਾ ਉਹਦੀਆਂ ਜੜ੍ਹਾਂ 'ਚ ਤੇਲ ਦੇਣ ਦਾ ਕੰਮ ਜਿਹੜਾ ਇਹ ਪਾਰਟੀ ਵੱਲੋਂ ਕੀਤਾ ਜਾ ਰਿਹਾ ਜੋ ਇਸ ਵਕਤ ਨਵੇਂ ਬਿੱਲ ਆ ਰਹੇ ਨੇ। ਸੋ ਜਸਵੀਰ ਜੀ ਅੱਗੇ ਚੱਲਦੇ ਹਾਂ ਤੇ ਇਸੇ ਬਿੱਲ ਤੇ ਰਹਿੰਦੇ ਹੋਏ ਗੱਲਬਾਤ ਕਰਦੇ ਹੁਣ ਕੈਪਟਨ ਸਾਹਿਬ ਦੀ, ਕਿਉਂਕਿ ਜਦੋਂ ਲੋਕ ਸਭਾ ਵਿੱਚ ਇੱਕ ਕੇਂਦਰੀ ਮੰਤਰੀ ਦਾ ਬਿਆਨ ਆਇਆ ਸੀ ਵੀ ਸਾਡੀ ਤਾਂ ਸੁਲਹ ਸਫਾਈ ਹੋਈ ਆ ਪਹਿਲੇ ਕੈਪਟਨ ਸਾਹਿਬ ਨਾਲ ਔਰ ਪੰਜਾਬ ਦਾ ਨਾਂ ਵਿੱਚ ਆਇਆ ਸੀਗਾ ਤੇ ਉਦੋਂ ਕੈਪਟਨ ਸਾਹਿਬ ਬੜੇ ਕਸੂਤੇ ਫਸ ਗਿਆ ਸੀ। ਹੁਣ ਸੁਣਿਆ ਕੈਪਟਨ ਸਾਹਿਬ ਇਹ ਕਹਿ ਰਿਹਾ ਕਿ ਮੈਂ ਤਾਂ ਕਿਸਾਨਾਂ ਨਾਲ ਦਿੱਲੀ ਜਾਣ ਨੂੰ ਤਿਆਰ ਹਾਂ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਰਾਓ ਸਾਹਿਬ ਪਾਟਿਲ ਦਾਨਵੇ ਨੇ ਇਹ ਬਿਆਨ ਦਿੱਤਾ ਸੀਗਾ ਨਾ ਸੰਸਦ ਦੇ ਵਿੱਚ ਕਿ ਹਾਈ ਪ੍ਰੋਫਾਈਲ ਜਿਹੜੀ ਕਮੇਟੀ ਬਣਾਈ ਗਈ ਸੀਗੀ ਉਸ ਕਮੇਟੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਸੀਗੇ। ਇੱਥੋਂ ਤੱਕ ਕੁਝ ਦਸਤਾਵੇਜ਼ ਵੀ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਪਹਿਲੀ ਇੱਕ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ, ਇੱਕ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਸ਼ਾਮਲ ਹੋਇਆ। ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਦੀ ਹਮਾਇਤ ਨਾਲ ਇਹ ਕੀਤਾ ਗਿਆ। ਫਸ ਗਿਆ ਕੈਪਟਨ ਅਮਰਿੰਦਰ ਸਿੰਘ ਹੋਰੀ, ਵਿਰੋਧੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਆਪਣਾ 11 ਮੈਂਬਰੀ ਵਫਦ ਤਿਆਰ ਕੀਤਾ। ਉਹ ਵਫਦ ਲੈ ਕੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਰਾਜਪਾਲ ਨੂੰ ਵੀਪੀ ਬਦਨੌਰ ਸਿੰਘ ਹੋਰਾਂ ਨੂੰ ਜਾ ਕੇ ਮਿਲੇ ਤੇ ਉਹਨਾਂ ਨੂੰ ਦੱਸਿਆ ਕਿ ਭਾਈ ਇਹ ਜਿਹੜੇ ਇੱਕ ਤਾਂ ਆਰਡੀਨੈਂਸ ਬੜੇ ਗਲਤ ਨੇ, ਕਿਸਾਨ ਵਿਰੋਧੀ ਨੇ, ਕਿਸਾਨੀ ਨੂੰ ਖਤਮ ਕਰਨ ਵਾਲੇ ਨੇ, ਦੂਜਾ ਅਸੀਂ ਕਿਤੇ ਵੀ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਨਹੀਂ ਕੀਤੀ। ਤੇ ਉਸ ਤੋਂ ਬਾਅਦ ਬਾਹਰ ਨਿਕਲ ਕੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਕਿ ਇਹ ਜਿਹੜੇ ਰੋਸ ਮੁਜ਼ਾਹਰੇ ਕੀਤੇ ਗਏ ਕਿਸਾਨ ਜਥੇਬੰਦੀਆਂ ਵੱਲੋਂ ਇਸ ਸਭ ਦੇ ਦਰਮਿਆਨ ਜਿਹੜਾ ਧਾਰਾ 144 ਦੀ ਉਲੰਘਣਾ ਦੇ ਇਹਨਾਂ ਤੇ ਕੇਸ ਦਰਜ ਕੀਤੇ ਗਏ ਉਹ ਸਾਰੇ ਰੱਦ ਕੀਤੇ ਜਾਣਗੇ।
ਤੇ ਨਵਾਂ ਕੇਸ ਕੋਈ ਵੀ ਇਸ ਮਾਮਲੇ 'ਚ ਦਰਜ ਨਹੀਂ ਕੀਤਾ ਜਾਏਗਾ, ਕਿਉਂਕਿ ਕਿਸਾਨ ਜਿਹੜੇ ਆ ਆਪਣੀ ਜ਼ਿੰਦਗੀ ਦੀ ਲੜਾਈ ਲੜਦੇ ਪਏ ਆ। ਇੱਕ ਤੇ ਜੀ ਸ਼ੌਕ ਨੂੰ ਸੜਕਾਂ ਦੇ ਉੱਤੇ ਨਹੀਂ ਉਤਰੇ, ਤੇ ਨਾਲ ਅਪੀਲ ਕੀਤੀ ਹੈ ਕਿ ਭਾਈ ਤੁਸੀਂ ਸੜਕਾਂ ਨਾ ਰੋਕੋ, ਮੈਂ ਤੁਹਾਡੇ ਨਾਲ ਦਿੱਲੀ ਜਾਣ ਲਈ ਤਿਆਰ ਹਾਂ। ਦਿੱਲੀ ਜਾ ਕੇ ਧਰਨਾ ਪ੍ਰਦਰਸ਼ਨ ਆਪਾਂ ਕਰ ਸਕਦੇ ਹਾਂ, ਆਪਣੀ ਗੱਲ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਅੱਗੇ ਰੱਖ ਸਕਦੇ ਹਾਂ। ਸੋ ਜੀ ਇਨ ਬਿਨ ਕਿਹਾ ਜਾ ਸਕਦਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਹੁਣੀ ਆਪਣਾ ਪੱਖ ਬਚਾਉਣ ਦੀ ਕੋਸ਼ਿਸ਼ ਕਰ ਰਹੇ। ਹੁਣ ਦੋ ਗੱਲਾਂ ਇੱਥੇ, ਜਾਂ ਤਾਂ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਝੂਠ ਬੋਲ ਰਹੇ ਆ, ਜਾਂ ਕੇਂਦਰੀ ਰਾਜ ਮੰਤਰੀ ਦਾਨਵੇ ਸਾਹਿਬ ਝੂਠ ਬੋਲ ਰਿਹਾ। ਜੇ ਤਾਂ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਿਹਾ, ਸਿੱਧੇ ਤੌਰ ਤੇ ਕਹਿ ਸਕਦੇ ਹਾਂ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੋਖਾ ਹੋਏਗਾ ਪੰਜਾਬ ਦੇ ਕਿਸਾਨਾਂ ਨਾਲ, ਕਿ ਇੱਕ ਪਾਸੇ ਕਹਿੰਦੇ ਕਿ ਮੈਂ ਤੁਹਾਡੇ ਨਾਲ ਆ, ਤੇ ਦੂਜੇ ਪਾਸੇ ਇਸ ਆਰਡੀਨੈਂਸ ਨੂੰ ਪਾਸ ਕਰਵਾਉਣ ਜਾਂ ਬਣਵਾਉਣ ਦੇ ਵਿੱਚ ਪਹਿਲੀਆਂ ਮੀਟਿੰਗਾਂ 'ਚ ਉਹ ਸ਼ਾਮਲ ਵੀ ਹੁੰਦੇ ਆ। ਪਰ ਜੀ ਦੂਜੇ ਪਾਸੇ ਜੇ ਦਾਨਵੇ ਸਾਹਿਬ ਝੂਠ ਬੋਲਦੇ ਆ, ਉਹ ਵੀ ਸੰਸਦ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਪ੍ਰਿਵਿਲੇਜ ਮੋਸ਼ਨ ਉਹਨਾਂ ਦੇ ਖਿਲਾਫ ਹੋਣਾ ਚਾਹੀਦਾ, ਕਿ ਉਹਨਾਂ ਨੇ ਸੰਸਦ ਨੂੰ ਵੀ ਗੁੰਮਰਾਹ ਕੀਤਾ ਆ, ਦੇਸ਼ ਨੂੰ ਵੀ ਗੁੰਮਰਾਹ ਕੀਤਾ, ਤੇ ਸੰਸਦ ਦੇ ਵਿੱਚ ਝੂਠ ਬੋਲਿਆ। ਕਿਉਂਕਿ ਉੱਥੇ ਕੋਈ ਰੈਲੀ ਤਾਂ ਹੈ ਨਹੀਂ ਕਿ ਇੱਕ ਵਾਰੀ ਜ਼ੁਬਾਨੋਂ ਜਿਹੜੀ ਗੱਲ ਨਿਕਲ ਗਈ, ਕੋਈ ਗੱਲ ਨਹੀਂ, ਰੈਲੀਆਂ 'ਚ ਇਦਾਂ ਹੁੰਦਾ ਹੀ ਆ। ਉੱਥੇ ਇੱਕ ਇੱਕ ਸ਼ਬਦ ਜਿਹੜਾ ਅੰਕਿਤ ਕੀਤਾ ਜਾਂਦਾ ਹੈ, ਰਿਕਾਰਡ 'ਚ ਦਰਜ ਕੀਤਾ ਜਾਂਦਾ ਹੈ, ਤੇ ਜੇ ਕੋਈ ਇਤਰਾਜ਼ਯੋਗ ਸ਼ਬਦ ਹੋਵੇ ਤੇ ਉਹਨੂੰ ਰਿਕਾਰਡ 'ਚੋਂ ਕੱਢ ਦਿੱਤਾ ਜਾਂਦਾ, ਕਿਹਾ ਜਾਂਦਾ ਬਕਾਇਦਾ ਕਿ ਇਹਨੂੰ ਰਿਕਾਰਡ 'ਚ ਦਰਜ ਨਾ ਕੀਤਾ ਜਾਵੇ, ਕਿਉਂਕਿ ਇਦਾਂ ਦੇ ਸ਼ਬਦ ਅਸੀਂ ਨਹੀਂ ਦਰਜ ਕਰਨੇ। ਸੋ ਇਸ ਕਰਕੇ ਦਾਨਵੇ ਸਾਹਿਬ ਦਾ ਬਿਆਨ ਦਰਜ ਹੋਇਆ ਉਸ ਰਿਕਾਰਡ ਦੇ ਵਿੱਚ, ਤੇ ਉਹਨਾਂ ਨੇ ਜੇ ਝੂਠਾ ਬਿਆਨ ਦਰਜ ਕਰਵਾਇਆ ਤੇ ਪ੍ਰਿਵਿਲੇਜ ਮੋਸ਼ਨ ਉਹਨਾਂ ਦੇ ਖਿਲਾਫ ਹੋਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਜੇ ਇਸ ਤਰੀਕੇ ਦੀ ਸਿਆਸਤ ਕਰ ਰਹੀ ਹੈ ਤੇ ਬੜੀ ਗੰਦੀ ਸਿਆਸਤ ਹੋ ਰਹੀ ਹੈ। ਇਹ ਦੋਨੋਂ ਚੀਜ਼ਾਂ ਮੈਨੂੰ ਲੱਗਦਾ ਕਿ ਬਹੁਤ ਮਹੱਤਵਪੂਰਨ ਹੈ। ਫਿਲਹਾਲ 25 ਤਰੀਕ ਨੂੰ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਹੜਾ ਆ ਉਹ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਫੇਰ ਸੰਘਰਸ਼ ਛੇੜਨ ਦਾ ਐਲਾਨ ਕਰਤਾ। 25 ਨੂੰ ਪੰਜਾਬ ਪੂਰਨ ਰੂਪ ਦੇ ਵਿੱਚ ਬੰਦ ਕਰਨ ਦਾ ਹੁਣ ਐਲਾਨ ਕੀਤਾ ਗਿਆ। ਦੇਖਦੇ ਹਾਂ ਕਿ 25 ਨੂੰ ਪ੍ਰਸਥਿਤੀਆਂ ਕਿਹੋ ਜਿਹੀਆਂ ਬਣਦੀਆਂ ਨੇ, ਕਿਉਂਕਿ ਕਿਸਾਨ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ। ਕੱਲ ਸਦਨ ਦੇ ਬਾਹਰ ਜਸਬੀਰ ਸਿੰਘ ਡਿੰਪਾ ਤੇ ਗੁਰਜੀਤ ਸਿੰਘ ਔਜਲਾ ਵੀ ਕਾਲੇ ਕੱਪੜੇ ਪਾ ਕੇ ਖੜੇ ਹੋ ਗਏ ਸੀਗੇ ਰੋਸ ਮੁਜ਼ਾਹਰਾ ਕਰਦੇ, ਤੇ ਉਹਨਾਂ ਦੇ ਉੱਤੇ ਲਿਖਿਆ ਹੋਇਆ ਸੀ ਬਕਾਇਦਾ ਕਿ ਮੈਂ ਵੀ ਕਿਸਾਨ ਹੈਗਾ ਆ, ਮੈਂ ਵੀ ਮਜ਼ਦੂਰ ਹੈਗਾ ਆ, ਤੇ ਸਾਡੇ ਨਾਲ ਇਹ ਧੱਕੇਸ਼ਾਹੀ ਜਿਹੜੀ ਆ, ਸਾਡੀ ਲੁੱਟ ਜਿਹੜੀ ਆ ਉਹ ਬੰਦ ਕੀਤੀ ਜਾਵੇ ਕੇਂਦਰ ਸਰਕਾਰ ਦੇ ਵੱਲੋਂ। ਫਿਲਹਾਲ ਦੇਖਦੇ ਹਾਂ ਪ੍ਰਸਥਿਤੀਆਂ ਕਿਹੋ ਜਿਹੀਆਂ ਬਣਦੀਆਂ ਨੇ, ਕਿਉਂਕਿ ਮਾਹੌਲ ਗਰਮਾਇਆ ਹੋਇਆ ਆ। ਹੁਣ ਰਾਜ ਸਭਾ ਦੇ ਵਿੱਚ ਇਹ ਜਿਹੜਾ ਜਾਣਾ ਹੈ, ਅਜੇ ਇਹ ਤੇ ਵੋਟਿੰਗ ਹੋਣੀ ਬਾਕੀ ਹੈ ਲੋਕ ਸਭਾ ਦੇ ਵਿੱਚ, ਕਿਉਂਕਿ ਵੋਟਿੰਗ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸ਼ੰਕੇ ਚੱਲਦੇ ਪਏ ਆ ਕਿ ਭਾਈ ਵੋਟਿੰਗ ਹੋ ਗਈ ਹੈ। ਸੁਖਬੀਰ ਕਹਿੰਦਾ ਕਿ ਭਗਵੰਤ ਮਾਨ ਵੋਟਿੰਗ ਵੇਲੇ ਬਾਹਰ ਸੀਗਾ ਸਦਨ ਚੋਂ, ਭਗਵੰਤ ਮਾਨ ਕਹਿੰਦਾ ਕਿ ਹਜੇ ਵੋਟਿੰਗ ਹੋਈ ਨਹੀਂ ਹੈ, ਤੇ ਜਦੋਂ ਵੋਟਿੰਗ ਹੋ ਰਹੀ ਸੀਗੀ, ਜਦੋਂ ਸਿਰਫ ਹੱਥ ਖੜੇ ਕਰਵਾਏ ਜਾ ਰਹੇ ਸੀ, ਨਾ ਸੁਖਬੀਰ ਬਾਦਲ ਨੇ ਹੱਕ ਦੇ ਵਿੱਚ ਹੱਥ ਖੜਾ ਕੀਤਾ, ਨਾ ਵਿਰੋਧ 'ਚ ਹੱਥ ਖੜਾ ਕੀਤਾ। ਹੁਣ ਸੱਚਾ ਕੌਣ ਝੂਠਾ ਕੌਣ, ਇਹ ਤਾਂ ਫਿਲਹਾਲ ਇਹ ਦੋਨੋਂ ਜਾਣਦੇ। ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ ਕਿ ਕੌਣ ਪੱਖ 'ਚ ਸੀ, ਕੌਣ ਵਿਰੋਧ 'ਚ ਸੀਗਾ। ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਹੈ ਕਿ ਵਿਪ ਜਾਰੀ ਕੀਤਾ ਹੋਇਆ ਅਕਾਲੀ ਦਲ ਨੇ ਆਪਣੇ ਮੈਂਬਰਾਂ ਨੂੰ ਕਿ ਕੋਈ ਵੀ ਮੈਂਬਰ ਵਿਪ ਦੇ ਮੁਤਾਬਕ ਇਸ ਕਾਰਵਾਈ ਦੇ ਦੌਰਾਨ ਇਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਏਗਾ, ਵਿਰੋਧ 'ਚ ਵੋਟ ਪਾਏਗਾ। ਫਿਲਹਾਲ ਦੇਖਦੇ ਕੀ ਪ੍ਰਸਥਿਤੀਆਂ ਬਣਦੀਆਂ। ਅੱਛਾ, ਇਹ ਪੰਜਾਬ ਦੀ ਭਾਰਤ ਦੀ ਸਿਆਸਤ ਹੈ ਜਿਹੜੀ ਲਗਾਤਾਰ ਕਰਵਟਾਂ ਬਦਲ ਰਹੀ ਹੈ। ਸੰਘਰਸ਼ ਦੇ ਲਈ ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰੀਆਂ ਹੋਈਆਂ ਨੇ, ਔਰ ਕਹਿ ਸਕਦੇ ਕਿ ਸੜਕ ਤੋਂ ਸੰਸਦ ਤੱਕ ਖੂਬ ਜਿਹੜਾ ਆ ਉਹ ਗੱਲਾਂ ਬਾਤਾਂ ਹੋ ਰਹੀਆਂ ਨੇ, ਸਿਆਸਤ ਵੀ ਹੋ ਰਹੀ ਹੈ ਤੇ ਸੰਘਰਸ਼ ਵੀ ਹੋ ਰਿਹਾ। ਪਰ ਜਦੋਂ ਗੱਲ ਕਰਦੇ ਆ ਇਨਸਾਨੀ ਕਿਰਦਾਰ ਦੀ, ਸਾਡੇ ਲੀਡਰਾਂ ਦੇ ਕਿਰਦਾਰ ਦੀ ਤਾਂ ਗੱਲ ਆਪਾਂ ਦੇਖ ਲਈ ਆ ਕਿ ਕੌਣ ਕਿਹੜੇ ਪਾਸੇ ਨੂੰ ਤੇ ਕਿਵੇਂ ਜਾਂਦਾ, ਕਿਵੇਂ ਬਾਬਿਆਂ ਦੇ ਆਸਰੇ 'ਚ ਬੈਠਾ ਤੇ ਕਿਵੇਂ ਜਿਹੜਾ ਆ ਉਹ ਲੋਕਾਂ ਨੂੰ ਝੂਠ ਬੋਲ ਕੇ ਵੋਟ ਲੈਣ ਦੀ ਫਿਰਾਕ ਦੇ ਵਿੱਚ ਬੈਠਾ ਆ। ਪਰ ਕਿਤੇ ਨਾ ਕਿਤੇ ਕਹਿੰਦੇ ਨੇ ਨਾ, ਚੰਗਿਆਈ ਦਾ ਬੀਜ ਨਾਸ ਨਹੀਂ ਹੁੰਦਾ। ਪਤਾ ਲੱਗਾ ਕਿ ਕੈਨੇਡਾ ਦੇ ਵਿੱਚ ਸਾਡੇ ਇੱਕ ਪੰਜਾਬੀ ਭਰਾ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ, ਤੇ ਉਹਦਾ ਜ਼ਿਕਰ ਕਰਨਾ ਇਸ ਪ੍ਰੋਗਰਾਮ 'ਚ ਜ਼ਰੂਰ ਬਣਦਾ। ਮੈਨੂੰ ਲੱਗਦਾ ਕਿ ਅੱਜ ਕੱਲ੍ਹ ਤਾਂ ਕੋਈ ਦੀਵਾਨੀ ਕਿਸੇ ਨੂੰ ਛੱਡਣ ਲਈ ਤਿਆਰ ਨਹੀਂ ਹੈ, ਤੇ ਲੈ ਕੇ ਪੈਸੇ ਲੋਕੀ ਮੋੜਨ ਨੂੰ ਤਿਆਰ ਨਹੀਂ ਹੁੰਦੇ। ਪਰ ਇਸ ਪੰਜਾਬੀ ਭਰਾ ਨੇ, ਸਾਡੇ ਬਜ਼ੁਰਗ ਨੇ ਜਿਹੜਾ ਆ ਉਹ $1500 ਦੇ ਕਰੀਬ ਕਹਿੰਦੇ ਉਹਨੂੰ ਟ੍ਰੇਨ 'ਚ ਮਿਲਿਆ, ਤੇ ਉਹਨੇ ਆਪਣੇ ਕੋਲ ਰੱਖਣ ਦੀ ਬਜਾਏ ਜਿਹੜਾ ਆ ਉਹ ਉਹਦੇ ਅਸਲ ਮਾਲਕਾਂ ਤੱਕ ਪਹੁੰਚਾ ਦਿੱਤਾ। ਔਰ ਇਹ ਮੈਨੂੰ ਲੱਗਦਾ ਕਿ ਗੱਲ ਪ੍ਰੇਰਣਾਦਾਇਕ ਵੀ ਹੈ, ਚੰਗੀ ਵੀ ਹੈ, ਤੇ ਇਹਦੀ ਚਰਚਾ ਜਿਹੜੀ ਆ ਉਹ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਅਸਲ ਦੇ ਵਿੱਚ ਕਿਉਂਕਿ ਇੱਥੇ ਹੋਰ ਬਹੁਤ ਮੁਲਕਾਂ ਦੇ ਭਾਈਚਾਰੇ ਦੇ, ਔਰ ਖਾਸ ਕਰਕੇ ਵਿਦੇਸ਼ ਦੇ ਵਿੱਚ ਜਦੋਂ ਕਿ ਆਪਣੇ ਭਾਈਚਾਰੇ ਦਾ ਬੰਦਾ ਕੋਈ ਮਾੜਾ ਕੰਮ ਕਰਦਾ ਦੇਖਿਆ ਜਾਂਦਾ ਤਾਂ ਫਿਰ ਸ਼ਰਮ ਵੀ ਮਹਿਸੂਸ ਹੁੰਦੀ ਹੈ। ਪਰ ਜਦੋਂ ਕਿਤੇ ਕੋਈ ਆਪਣੇ ਭਾਈਚਾਰੇ ਦਾ ਬੰਦਾ ਕੋਈ ਇਹੋ ਜਿਹੀ ਮਿਸਾਲੀ ਕੰਮ ਕਰਦਾ ਤਾਂ ਫਿਰ ਕਈ ਵਾਰੀ ਫਖਰ ਵੀ ਹੁੰਦਾ ਹੈ। ਸੋ ਇਹ ਖਬਰ ਵੀ ਇਸੇ ਤਰ੍ਹਾਂ ਦੀ ਹੈ। ਖਬਰ ਹੈਗੀ ਹੈ ਜੀ ਇੱਥੇ ਕੈਲਗਰੀ ਸ਼ਹਿਰ ਦੀ, ਤੇ ਗੁਰਮੇਜ ਸਿੰਘ ਚੀਮਾ ਨਾਮ ਹੈ ਜੀ ਇਹਨਾਂ ਦਾ, ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ। ਔਰ ਇਹ
ਟ੍ਰੇਨ ਆਪਰੇਟਰ ਨੇ, ਜੇ ਅਸੀਂ ਇਹਨਾਂ ਨੂੰ ਕਹਿ ਦਈਏ, ਚਾਹੇ ਡਰਾਈਵਰ ਕਹਿ ਲਓ ਚਾਹੇ ਟ੍ਰੇਨ ਆਪਰੇਟਰ ਕਹਿ ਲਓ। ਔਰ ਇਹ 14 ਸਤੰਬਰ ਦੀ ਘਟਨਾ ਜੀ, ਜਦੋਂ ਇੱਕ ਔਰਤ ਟ੍ਰੇਨ 'ਚੋਂ ਉਤਰੀ ਤੇ ਉਹ ਆਪਣਾ ਬੈਗ ਜਿਹੜਾ ਸੀਗਾ ਉਹ ਉੱਥੋਂ ਚੱਕਣਾ ਭੁੱਲ ਗਈ ਤੇ ਉਹ ਸੀਟ ਤੇ ਪਿਆ ਰਹਿ ਗਿਆ। ਔਰ ਜਦੋਂ ਦੂਜੇ ਕਿਨਾਰੇ ਤੇ ਜਾ ਕੇ ਟ੍ਰੇਨ ਪਹੁੰਚੀ ਤੇ ਉਹ ਇੱਕ ਵਾਰੀ ਚੱਕਰ ਮਾਰਿਆ ਉਹਨਾਂ ਨੇ ਟ੍ਰੇਨ ਦੇ ਵਿੱਚ, ਉਹਨਾਂ ਦੇਖਿਆ ਕਿ ਇੱਕ ਬੈਗ ਉੱਥੇ ਸੀਟ ਤੇ ਪਿਆ, ਔਰ ਉਸ ਬੈਗ ਦੇ ਵਿੱਚ 1500 ਦੇ ਕਰੀਬ ਜਿਹੜਾ ਸੀਗਾ ਕੈਸ਼ ਸੀਗਾ, ਕੈਨੇਡੀਅਨ ਡਾਲਰ। ਤੇ ਉਹ ਸੀਗਾ ਉਹ ਜਿਹੜਾ ਉਹਨਾਂ ਨੇ ਚੱਕ ਕੇ ਆਪਣੇ ਜਿਹੜੇ ਉੱਥੇ ਅਧਿਕਾਰੀ ਸੀ ਉਹਨਾਂ ਦੇ ਹਵਾਲੇ ਕਰ ਦਿੱਤਾ ਵੀ ਅੱਜ ਜਿਹੜੀ ਟ੍ਰੇਨ 'ਚ ਮੈਂ ਡਿਊਟੀ ਕਰ ਰਿਹਾ ਸੀ ਉਹ 'ਚ ਇਹ ਬੈਗ ਮਿਲਿਆ। ਔਰ ਉਹ ਔਰਤ ਨੇ ਵੀ ਸ਼ਿਕਾਇਤ ਕੀਤੀ ਹੋਈ ਸੀ ਕਿ ਮੇਰਾ ਬੈਗ ਗਵਾਚਾ, ਸ਼ਾਇਦ ਮੈਂ ਟ੍ਰੇਨ 'ਚ ਭੁੱਲ ਗਈ ਹੈ, ਜੇ ਕਿਸ ਨੂੰ ਮਿਲਿਆ ਤਾਂ ਮੈਨੂੰ ਜ਼ਰੂਰ ਸੰਪਰਕ ਕੀਤਾ ਜਾਵੇ। ਔਰ ਫਿਰ ਉਸ ਔਰਤ ਅੱਗੇ ਆਈ, ਉਹਦਾ ਜਦੋਂ ਕਹਿਣਾ ਹੈ ਕਿ ਉਹਨੇ ਦੱਸਿਆ ਕਿ ਜਦੋਂ ਉਹਨੂੰ ਫੋਨ ਗਿਆ ਕਿ ਉਹਦਾ ਬੈਗ ਮਿਲ ਗਿਆ, ਤਾਂ ਕਹਿੰਦੀ ਮੈਨੂੰ ਐ ਲੱਗਾ ਕਿ ਸ਼ਾਇਦ ਮੈਂ ਕੋਈ ਦੁਨੀਆ ਜਿੱਤ ਲਈ, ਕਿਉਂਕਿ ਉਹਦੇ ਵਿੱਚ ਜਿਹੜਾ ਉਹ 1500 ਡਾਲਰ ਸੀ ਨਾ, ਉਹ ਉਹਦੇ ਕਿਰਾਏ ਦੇ ਪੈਸੇ ਸੀ, ਉਹਨੇ ਕਿਰਾਇਆ ਦੇਣਾ ਸੀ। ਔਰ ਉਹ ਕਹਿੰਦੀ ਕਿ ਜਦੋਂ ਦਾ ਮੇਰਾ ਬੈਗ ਖੁੰਝਿਆ ਮੈਂ ਕਹਿੰਦੀ ਬਹੁਤ ਪਰੇਸ਼ਾਨ ਸੀ, ਔਰ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਹੋਰ ਜਿਹੜਾ ਪੈਸੇ ਉਹ ਕਿੱਥੋਂ ਲੈ ਕੇ ਆਉਂਗੀ। ਸੋ ਬਾਰ-ਬਾਰ ਉਹਨਾਂ ਨੇ ਗੁਰਮੇਜ ਸਿੰਘ ਚੀਮਾ ਉਹਨਾਂ ਦਾ ਧੰਨਵਾਦ ਕੀਤਾ, ਔਰ ਬਾਕੀ ਪਾਸੇ ਵੀ ਜਿਹੜੇ ਉਹਨਾਂ ਦੀ ਪ੍ਰਸ਼ੰਸਾ ਹੋ ਰਹੀ ਆ। ਜਿਹੜੇ ਇੱਥੇ ਦੇ MP ਸਾਹਿਬਾਨ ਨੇ, ਕੈਲਗਰੀ ਦੇ ਜਸਰਾਜ ਸਿੰਘ ਹੱਲਣ ਹੋਣੀ, ਉਹਨਾਂ ਨੇ ਵੀ ਪ੍ਰਸ਼ੰਸਾ ਕੀਤੀ ਆ ਜਿਹੜੇ ਗੁਰਮੇਜ ਸਿੰਘ ਚੀਮਾ ਹੋਣੀ ਆ। ਸੋ ਕੁੱਲ ਮਿਲਾ ਕੇ ਚਾਰੇ ਪਾਸੇ ਜਿਹੜਾ ਮੇਨ ਸਟ੍ਰੀਮ ਮੀਡੀਆ ਵਾ ਉਹਦੇ ਵਿੱਚ ਵੀ ਇਹ ਖਬਰਾਂ ਲੱਗੀਆਂ ਨੇ। ਸੋ ਜਿੱਦਾਂ ਪਹਿਲਾਂ ਦੱਸਿਆ ਕਿ ਜਦੋਂ ਕੋਈ ਇਹੋ ਜਿਹੀ ਖਬਰ ਆਉਂਦੀ ਆ ਤਾਂ ਵਾਕਈ ਜਿਹੜਾ ਫਕਰ ਨਾਲ ਜਿਹੜਾ ਸਿਰ ਉੱਚਾ ਹੋ ਜਾਂਦਾ ਕਿ ਜਿਹੜੀ ਇਮਾਨਦਾਰੀ ਦੀ ਇੱਕ ਮਿਸਾਲ ਉਹਨਾਂ ਨੇ ਪੈਦਾ ਕੀਤੀ ਆ। ਖੈਰ, ਚੰਗੀਆਂ ਮਾੜੀਆਂ ਖਬਰਾਂ, ਕਿਉਂਕਿ ਹੁਣ ਜਦੋਂ ਗਿਣਤੀ ਵੱਧਦੀ ਹੈ ਫਿਰ ਦੋਨੇ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਚੰਗਾ ਲੱਗਦਾ ਜਦੋਂ ਇਹੋ ਜਿਹੀ ਖਬਰ ਆਉਂਦੀ ਹੈ ਜੀ। ਅੱਛਾ ਜਸਵੀਰ ਜੀ, ਕੋਈ ਸ਼ੱਕ ਨਹੀਂ ਹੈ ਜੀ ਤੁਸੀਂ ਕੁਛ ਜੀ ਕਰ ਰਹੇ ਸੀ ਗੱਲ ਜੀ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਮਾੜੀਆਂ ਖਬਰਾਂ ਆਉਂਦੀਆਂ ਨੇ ਤੇ ਦਿਲ ਦੁਖੀ ਵੀ ਹੁੰਦਾ ਹੈ ਕਿ ਕਿਉਂ ਸਾਡੇ ਲੋਕ ਜਿਹੜੇ ਆ ਇਸ ਚੰਗੀ ਧਰਤੀ ਦੇ ਉੱਤੇ ਜਾ ਕੇ, ਚੰਗੇ ਲੋਕਾਂ ਦੇ ਵਿੱਚ ਜਾ ਕੇ ਇਸ ਤਰੀਕੇ ਨਾਲ ਕਿਰਦਾਰ ਕਸ਼ੀ ਕਰਦੇ ਆ। ਕਿਉਂਕਿ ਜਦੋਂ ਇੱਕ ਵਿਅਕਤੀ ਕੋਈ ਚੰਗਾ ਕੰਮ ਕਰਦਾ ਹੈ ਤੇ ਫਿਰ ਪੂਰੀ ਕਮਿਊਨਿਟੀ ਜਿਹੜੀ ਹੁੰਦੀ ਆ ਉਹਨੂੰ ਚੰਗੀ ਨਜ਼ਰ ਨਾਲ ਦੇਖਿਆ ਜਾਂਦਾ, ਤੇ ਜਦੋਂ ਕੋਈ ਮਾੜਾ ਕੰਮ ਕਰਦਾ ਫਿਰ ਪੂਰੀ ਕਮਿਊਨਿਟੀ ਨੂੰ ਉਸੇ ਨਜ਼ਰ ਨਾਲ ਦੇਖਿਆ ਜਾਂਦਾ, ਕਿਉਂਕਿ ਇਹ ਮਨੁੱਖੀ ਫਿਤਰਤ ਹੈਗੀ ਆ। ਔਰ ਇਸ ਫਿਤਰਤ ਦੇ ਮੁਤਾਬਕ ਅਸੀਂ, ਕਿਉਂਕਿ ਸਾਡੇ ਤਾਂ ਕਹਿੰਦੇ ਵੀ ਹੈ ਨਾ ਕਿ ਚੌਲ ਦੇਖਣ ਲਈ ਪੂਰਾ ਦੇਖਣ ਦੀ ਲੋੜ ਨਹੀਂ ਹੁੰਦੀ, ਸਿਰਫ ਇੱਕ ਦਾਣਾ ਟੋਹ ਕੇ ਹੱਥ ਤੇ ਦੇਖ ਲਓ ਕਿ ਗਲ ਗਿਆ ਜਾਂ ਨਹੀਂ ਗਲ ਗਿਆ, ਤੇ ਪੂਰੀ ਦੇਗ ਦਾ ਪਤਾ ਲੱਗ ਜਾਂਦਾ ਕਿ ਠੀਕ ਬਣੀਆਂ ਜਾਂ ਨਹੀਂ ਬਣੀਆਂ। ਏਦਾਂ ਹੀ ਹੁੰਦੀ ਆ ਮਨੁੱਖੀ ਫਿਤਰਤ ਦੇ ਮੁਤਾਬਕ ਕਿ ਇੱਕ ਬੰਦੇ ਨੂੰ ਟੋਹ ਕੇ ਜਿਹੜਾ ਉਹ ਪਤਾ ਲਾ ਲਿਆ ਜਾਂਦਾ ਕਿ ਪੂਰੀ ਕਮਿਊਨਿਟੀ ਜਿਹੜੀ ਕਿਹੋ ਜਿਹੀ ਹੋਏਗੀ। ਇਸ ਕਰਕੇ ਮੈਨੂੰ ਲੱਗਦਾ ਕਿ ਚੰਗੇ ਕੰਮ ਕਰਾਂਗੇ ਤੇ ਪ੍ਰਸ਼ੰਸਾ ਜਿਹੜੀ ਆ ਉਹ ਸਾਨੂੰ ਜ਼ਰੂਰ ਮਿਲੇਗੀ। ਇੱਕ ਛੋਟਾ ਜਿਹਾ ਨੁਕਤਾ ਜ਼ਰੂਰ ਦੱਸ ਦਿਓ ਕਰੋਨਾ ਵਾਇਰਸ ਨੂੰ ਲੈ ਕੇ, ਕਿਉਂਕਿ ਭਾਰਤ ਦੇ ਵਿੱਚ ਤਾਂ ਇਸ ਵੇਲੇ ਜਿਹੜਾ ਆ ਉਹ 1.5 ਕਰੋੜ ਤੋਂ ਪਾਰ ਪਹੁੰਚ ਗਏ ਆ ਮਰੀਜ਼, ਲਗਭਗ 52 ਲੱਖ ਦੇ ਕਰੀਬ ਜਿਹੜੇ ਆ ਉਹ ਮਰੀਜ਼ ਹੋ ਗਏ ਆ। ਪਰਿਸਥਿਤੀਆਂ ਗੰਭੀਰ ਨੇ। ਪੰਜਾਬ ਦੇ ਵਿੱਚ ਜਿਹੜਾ ਆ ਉਹ ਮੌਤ ਦਰ ਪੂਰੇ ਦੇਸ਼ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕਹਿ ਸਕਦੇ ਹਾਂ ਅਸੀਂ, ਚਿੰਤਾ ਦਾ ਵਿਸ਼ਾ ਬਣੀ ਹੋਈ ਆ। ਪਰਿਸਥਿਤੀਆਂ ਗੰਭੀਰ ਨੇ, ਲਗਾਤਾਰ ਵੱਧ ਰਹੇ ਨੇ ਇੱਥੇ ਕੇਸ, ਤੇ ਓਨਟਾਰੀਓ ਦੇ ਵਿੱਚ ਪਤਾ ਲੱਗਾ ਕਿ ਸਖਤੀ ਥੋੜੀ ਜਿਹੀ ਵਧਾਉਣ ਦੀ ਕਵਾਇਦ ਆਰੰਭ ਹੋ ਗਈ, ਹੁਣ ਜੁਰਮਾਨੇ ਲਾਉਣ ਤੱਕ ਵੀ ਜਿਹੜੀ ਗੱਲ ਪਹੁੰਚ ਗਈ ਹੈ ਜੀ। ਕਿਉਂਕਿ ਜਿਹੜੇ ਕਰੋਨਾ ਵਾਇਰਸ ਦੇ ਕੇਸ ਸੀ ਜੋ ਵਧਣੇ ਸ਼ੁਰੂ ਹੋਏ, ਔਰ ਜਿਵੇਂ ਕੱਲ ਵੀ ਦੱਸਿਆ ਸੀ, ਕੱਲ 300 ਤੋਂ ਵੱਧ ਕੇਸ ਆਏ ਸੀ, ਔਰ ਅੱਜ ਵੀ ਅੰਟਾਰੀਓ ਵਿੱਚ 315 ਕਰੋਨਾ ਦੇ ਕੇਸ ਜਿਹੜੇ ਦਰਜ ਕੀਤੇ ਗਏ ਆ। ਸੋ ਉਸ ਤੋਂ ਬਾਅਦ ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਜਿਹੜੇ ਪ੍ਰੀਮੀਅਰ ਡੱਗ ਨੇ ਉੱਥੇ ਦੇ, ਡੱਗ ਫੋਰਡ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਜਿਹੜੀ ਖੁੱਲ੍ਹ ਦਿੱਤੀ ਹੋਈ ਆ ਪਬਲਿਕ ਗੈਦਰਿੰਗ ਦੀ, ਜਿਹੜਾ ਜਨਤਕ ਇਕੱਠ ਆ ਉਹ ਇਨਡੋਰ ਜਿਹੜਾ ਸੀ 50 ਬੰਦਿਆਂ ਦੀ ਆਗਿਆ ਦਿੱਤੀ ਹੋਈ ਆ, ਔਰ ਆਊਟਡੋਰ ਜੇ ਕੋਈ ਪ੍ਰੋਗਰਾਮ ਕਰਦਾ ਤਾਂ ਉੱਥੇ 100 ਬੰਦਾ ਇਕੱਠਾ ਹੋ ਸਕਦਾ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹਦੇ ਵਿੱਚ ਕੁਛ ਤਬਦੀਲੀ ਕਰਾਂਗੇ, ਸ਼ਾਇਦ 1-2 ਦਿਨ 'ਚ ਕੋਈ ਤਬਦੀਲੀ ਕਰ ਦਿੱਤੀ ਜਾਵੇ, ਪਰ ਅੱਜ ਉਹਨਾਂ ਨੇ ਡਰਾਵਾ ਇਹ ਦਿੱਤਾ ਕਿ ਅਸੀਂ ਜੁਰਮਾਨੇ ਜਿਹੜੇ ਆ ਉਹ ਥੋੜੇ ਹੋਰ ਵਧਾ ਦੇਵਾਂਗੇ, ਨਹੀਂ ਤਾਂ ਤੁਸੀਂ ਸੁਧਰ ਜਾਓ, ਚੰਗੀ ਗੱਲ ਹੈ, ਜੇ ਨਾ ਸੁਧਰੇ ਫਿਰ ਜੁਰਮਾਨੇ ਹੋਣਗੇ। ਅੱਛਾ ਜਸਵੀਰ ਜੀ, ਆਪਣੇ ਕੋਲ 2-3 ਮਿੰਟ ਦਾ ਸਮਾਂ, ਸੋ ਮੈਂ ਚਾਹੁੰਦਾ ਇੱਕ ਹੋਰ ਬਹੁਤ ਮਹੱਤਵਪੂਰਨ ਖਬਰ ਆ ਉਹ ਥੋੜੀ ਜਿਹੀ ਚਰਚਾ ਤੁਹਾਡੇ ਨਾਲ ਕਰ ਲਈ ਜਾਵੇ ਕਿ ਭਾਰਤ ਅਤੇ ਚੀਨ ਦੇ ਵਿੱਚ ਜਿਹੜਾ ਤਣਾਅ ਵੱਧ ਰਿਹਾ ਵਾ ਉਹਦੇ ਸੰਬੰਧੀ ਸੁਣਿਆ ਕਿ ਸਰਕਾਰ ਇਸ ਵਕਤ ਗੱਲਬਾਤ ਕਰਨ ਤੋਂ ਭੱਜ ਰਹੀ ਹੈ। ਕੋਈ ਸ਼ੱਕ ਨਹੀਂ ਆ, ਜਦੋਂ ਅਰਥ ਵਿਵਸਥਾ ਦੀ ਗੱਲ ਕਰੋ ਤਾਂ ਸਰਕਾਰ ਭੱਜ ਜਾਂਦੀ ਹੈ, ਜਦੋਂ ਨੌਕਰੀਆਂ ਦੀ ਗੱਲ ਕਰੋ ਤੇ ਤਾਂ NDA ਦੀ ਸਰਕਾਰ ਭੱਜ ਜਾਂਦੀ ਹੈ, ਜਦੋਂ ਅਸੀਂ ਮੁਲਕ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਸੀ ਉਹਦੇ ਖਤਮ ਹੋਣ ਦੀ ਗੱਲ ਕਰਦੇ ਆ ਤਾਂ ਸਰਕਾਰ ਭੱਜ ਜਾਂਦੀ ਹੈ, ਜਦੋਂ ਮੀਡੀਆ ਦੇ ਉੱਤੇ ਕਿਸੇ ਤਰੀਕੇ ਦਾ ਸਵਾਲ ਉੱਠਦਾ ਹੈ ਤਾਂ ਸਰਕਾਰ ਭੱਜਦੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਕਰੋਨਾ ਵਾਇਰਸ ਦੇ ਵਿੱਚ ਤਿਆਰੀਆਂ ਦੀ ਗੱਲ ਕਰ ਲਈਏ ਤੇ ਤਾਂ ਸਰਕਾਰ ਭੱਜਦੀ ਹੈ, PM ਕੇਅਰਸ ਫੰਡ ਦਾ ਹਿਸਾਬ ਕਿਤਾਬ ਮੰਗ ਲਿਆ ਜਾਂਦਾ ਤੇ ਤਾਂ ਸਰਕਾਰ ਭੱਜਦੀ ਨਜ਼ਰ ਆਉਂਦੀ ਆ। ਹੁਣ ਜੋ ਕੁਝ ਚੀਨ ਦੇ ਨਾਲ ਤਣਾਅ ਵਧਿਆ ਆ, ਇਸ ਮਾਮਲੇ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਤਾਂ ਖਾਸਾ ਹੰਗਾਮਾ ਹੋਇਆ। ਹੁਣ ਰਾਜ ਸਭਾ ਦੇ ਵਿੱਚ
ਇਹ ਹੰਗਾਮਾ ਨਾ ਹੋਵੇ, ਕਿਉਂਕਿ ਉੱਥੇ ਕੀ ਹੈ, ਰਾਜ ਸਭਾ ਦੇ ਵਿੱਚ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਨਾਲੋਂ ਵਿਰੋਧੀ ਧਿਰਾਂ ਦੀ ਗਿਣਤੀ ਥੋੜੀ ਜਿਹੀ ਜ਼ਿਆਦਾ ਆ, ਭਾਰੂ ਆ ਵਿਰੋਧੀ ਧਿਰਾਂ। ਇਸ ਕਰਕੇ ਕੱਲ ਬਕਾਇਦਾ ਰਾਜਨਾਥ ਸਿੰਘ ਹੋਰਾਂ ਨੇ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ। ਉਸ ਸਰਬ ਪਾਰਟੀ ਮੀਟਿੰਗ ਦੇ ਵਿੱਚ ਵਿਰੋਧੀਆਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ, ਇਸ ਕਰਕੇ ਇਸ ਮਾਮਲੇ ਦੇ ਉੱਤੇ ਸਾਨੂੰ ਰਾਜ ਸਭਾ ਦੇ ਵਿੱਚ ਚਰਚਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹਦੇ ਨਾਲ ਮੁਲਕ ਦੇ ਅਕਸ ਨੂੰ ਸੱਟ ਵੱਜਦੀ ਹੈ, ਇਹਦੇ ਨਾਲ ਨੁਕਸਾਨ ਹੋਏਗਾ, ਸਾਨੂੰ ਪ੍ਰਭੂ ਸੱਤਾ ਨੂੰ ਨੁਕਸਾਨ ਹੋਏਗਾ। ਪਰ ਕਾਂਗਰਸ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਚੁੱਪ ਬੈਠਣ ਵਾਲਿਆਂ ਚੋਂ ਨਹੀਂ ਹੈ। ਇੱਕ ਪਾਸੇ ਤਾਂ ਕਿਹਾ ਇਹ ਜਾ ਰਿਹਾ ਕਿ ਨਹੀਂ, ਚੀਨ ਸਾਡੀ ਸਰਹੱਦ ਦੇ ਵਿੱਚ ਦਾਖਲ ਹੋਇਆ ਹੀ ਨਹੀਂ ਹੈ, ਉਹਨੇ ਕੁਝ ਕੀਤਾ ਹੀ ਨਹੀਂ ਹੈ, ਸਿਰਫ ਤਣਾਅ ਜ਼ਰੂਰ ਹੈ ਸਰਹੱਦ ਦੇ ਉੱਤੇ। ਦੂਜੇ ਪਾਸੇ ਹੁਣ ਕਾਂਗਰਸ ਇਹ ਪੁੱਛਦੀ ਹੈ ਕਿ 15 ਜੂਨ ਨੂੰ ਜਿਹੜਾ ਗਲਵਾਨ ਘਾਟੀ 'ਚ ਜੋ ਕੁਝ ਵਾਪਰਿਆ ਉਹ ਕਿਵੇਂ ਵਾਪਰ ਗਿਆ? ਫਿਰ ਕੀ ਭਾਰਤੀ ਸੈਨਿਕ ਚੀਨ ਦੇ ਵਿੱਚ ਜਾ ਕੇ ਲੜ ਕੇ ਆਏ ਸੀ, ਜਾਂ ਚੀਨ ਭਾਰਤੀ ਸੀਮਾ ਦੇ ਵਿੱਚ ਦਾਖਲ ਹੋ ਕੇ ਭਾਰਤੀ ਸਰਹੱਦ ਪਾਰ ਕਰਕੇ ਜਿਹੜਾ ਆ ਉੱਥੇ ਭਾਰਤੀ ਜ਼ਮੀਨ ਦੇ ਉੱਤੇ ਆਣ ਕੇ ਸਾਡੇ ਫੌਜੀਆਂ ਨੂੰ ਜਿਹੜਾ ਮਾਰ ਕੇ ਗਿਆ ਆ? ਹੁਣ ਮਸਲਾ ਸਿੱਧੇ ਤੌਰ ਤੇ ਕਹਿ ਸਕਦੇ ਕਿ ਕੇਂਦਰ ਦੀ ਸਰਕਾਰ ਭੱਜਣਾ ਚਾਹੁੰਦੀ ਹੈ, ਬਚਣਾ ਚਾਹੁੰਦੀ। ਜਦੋਂ ਤਾਂ ਆਪ ਫਸਦੀ ਨਜ਼ਰ ਆਉਂਦੀ ਉਦੋਂ ਕਹਿੰਦੀ ਮਾਮਲਾ ਬਹੁਤ ਸੰਵੇਦਨਸ਼ੀਲ ਹੈ, ਇਸ ਕਰਕੇ ਇਹਦੇ ਤੇ ਚਰਚਾ ਨਹੀਂ ਕੀਤੀ ਜਾਣੀ ਚਾਹੀਦੀ ਹੈ। ਤੇ ਜਦੋਂ ਚੋਣਾਂ ਆਉਣਗੀਆਂ ਇਹਨਾਂ ਹੀ ਫੌਜੀਆਂ ਦੇ ਨਾਮ ਤੇ, ਇਹਨਾਂ ਹੀ ਘਟਨਾਵਾਂ ਦੇ ਨਾਮ ਤੇ, ਦੇਖਿਓ ਸਹੀ ਭਾਰਤੀ ਜਨਤਾ ਪਾਰਟੀ ਦੇ ਮੰਚਾਂ ਤੇ ਕਿਵੇਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ, ਭਾਸ਼ਣ ਦਿੱਤੇ ਜਾਂਦੇ, ਤੇ ਇਸ ਨੂੰ ਦੇਸ਼ ਭਗਤੀ ਦਾ ਜਜ਼ਬਾ ਬਣਾ ਕੇ ਭਾਰਤੀ ਜਨਤਾ ਪਾਰਟੀ ਦਾ ਕਲੇਵਰ ਦੇ ਕੇ ਜਿਹੜਾ ਲੋਕਾਂ ਤੋਂ ਵੋਟ ਮੰਗੀ ਜਾਂਦੀ ਹੈ। ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਜਿੱਥੇ ਤਾਂ ਪਿੱਠ ਲੱਗਦੀ ਹੈ ਕੇਂਦਰ ਦੀ ਸਰਕਾਰ ਦੀ, ਉੱਥੇ ਤਾਂ ਦੌੜਦੀ ਹੈ ਇਹ, ਚੁੱਪ ਕਰਾਉਂਦੀ ਹੈ ਵਿਰੋਧੀਆਂ ਨੂੰ, ਤੇ ਜਿੱਥੇ ਭਾਰੂ ਪੈਂਦੀ ਨਜ਼ਰ ਆਉਂਦੀ ਆ ਉੱਥੇ ਕਹਿੰਦੀ ਕੋਈ ਗੱਲ ਨਹੀਂ, ਆਓ ਮੈਦਾਨ 'ਚ ਅਸੀਂ ਜਵਾਬ ਦੇਣ ਲਈ ਤਿਆਰ ਬਰ ਤਿਆਰ ਹਾਂ। ਸੋ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕੇਂਦਰ ਸਰਕਾਰ ਦੌੜਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮਾਮਲੇ ਦੇ ਉੱਤੇ ਚਰਚਾ ਕਰਨ ਤੇ, ਕਿਉਂਕਿ ਇਸ ਮਾਮਲੇ ਤੇ ਘਿਰਦੀ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਕਹਿੰਦੇ ਕਿ ਚੀਨ ਆਇਆ ਹੀ ਨਹੀਂ ਭਾਰਤੀ ਸਰਹੱਦ ਦੇ ਵਿੱਚ, ਕੋਈ ਭਾਰਤੀ ਸਰਹੱਦ ਦੇ ਅੰਦਰ ਆਣ ਕੇ ਉਹਨਾਂ ਨੇ ਘੁਸਪੈਠ ਕੀਤੀ ਨਹੀਂ ਆ, ਨਾ ਕੋਈ ਚੌਂਕੀ ਬਣਾਈ ਆ। ਤੇ ਉਸ ਤੋਂ ਪਹਿਲਾਂ ਗ੍ਰਹਿ ਮੰਤਰੀ ਵੀ ਕਹਿ ਦਿੰਦੇ ਆ, ਡਿਫੈਂਸ ਮਿਨਿਸਟਰ ਵੀ ਕਹਿ ਦਿੰਦੇ ਆ ਕਿ ਨਹੀਂ ਚੀਨ ਆਇਆ ਸੀ, ਆਹ ਹੋਇਆ ਸੀ, ਉਹ ਹੋਇਆ ਸੀਗਾ। ਮਤਲਬ ਇਹਨਾਂ ਦੇ ਆਪਸੀ ਬਿਆਨ ਹੀ ਨਹੀਂ ਰਲਦੇ ਮਿਲਦੇ। ਫਿਰ ਪੀਐਮਓ ਨੂੰ ਸਪਸ਼ਟੀਕਰਨ ਦੇਣਾ ਪੈਂਦਾ ਆ, ਤੇ ਜਿਹਦੇ ਤੋਂ ਲੱਗਦਾ ਕਿ ਪ੍ਰਧਾਨ ਮੰਤਰੀ ਫਿਰ ਝੂਠ ਬੋਲ ਗਿਆ ਦੇਸ਼ ਦੇ ਲੋਕਾਂ ਨੂੰ ਕਿ ਆਹ ਕੁਝ ਹੋਇਆ ਹੀ ਨਹੀਂ ਹੈ, ਜਦਕਿ ਪੀਐਮਓ ਕਹਿੰਦਾ ਕਿ ਹਾਂ ਇਹ ਸਾਰਾ ਕੁਝ ਹੋਇਆ, ਵਾਪਰਿਆ ਹੈਗਾ ਆ। ਸਰਕਾਰ ਦੌੜਦੀ ਹੈ, ਦੇਖਦੇ ਹਾਂ ਹੁਣ ਵਿਰੋਧੀ ਧਿਰਾਂ ਕਿੰਨਾ ਕੁ ਘੇਰਦੀਆਂ ਨੇ ਰਾਜ ਸਭਾ ਦੇ ਵਿੱਚ, ਤੇ ਕਿੰਨਾ ਕੁ ਉਹ ਸਰਬ ਪਾਰਟੀ ਮੀਟਿੰਗ ਦੇ ਵਿੱਚ ਕੀਤੀ ਗਈ ਤਾਕੀਦ ਸਰਕਾਰ ਦੀ ਮੰਨੀ ਜਾਂਦੀ ਹੈ। ਜੀ ਮੇਰੇ ਖਿਆਲ ਨਾਲ ਜਿੰਨੇ ਤੁਸੀਂ ਪੱਖ ਗਣਾ ਦਿੱਤਾ ਹੈ, ਸ਼ਾਇਦ ਇਹ ਸਰਕਾਰ ਦੌੜਨ ਵਾਲਾ ਵੀ ਇੱਕ ਰਿਕਾਰਡ ਬਣਾ ਸਕਦੀ ਹੈ ਜਿਸ ਹਿਸਾਬ ਦਾ ਮੁੱਦਿਆਂ ਤੋਂ ਭੱਜ ਰਹੀ ਆ। ਖੈਰ ਜਸਵੀਰ ਜੀ, ਬਹੁਤ ਖਾਸ ਖਬਰਾਂ ਤੇ ਚਰਚਾ ਹੋਈ ਹੈ, ਬੜੇ ਵਿਸਥਾਰ ਨਾਲ ਤੁਸੀਂ ਜਾਣਕਾਰੀ ਦਿੱਤੀ ਹੈ, ਸੋ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮਨਦੀਪ ਜੀ। ਜੀ ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼, ਜਿਹਦੇ ਵਿੱਚ ਅਸੀਂ ਖਾਸ ਖਬਰਾਂ ਤੇ ਚਰਚਾ ਕੀਤੀ, ਔਰ ਇਸੇ ਤਰ੍ਹਾਂ ਅਸੀਂ ਕੱਲ ਫੇਰ ਆਵਾਂਗੇ ਤੇ ਫੇਰ ਕਰਾਂਗੇ ਇਸੇ ਤਰ੍ਹਾਂ ਕੁਝ ਖਾਸ ਖਬਰਾਂ ਤੇ ਚਰਚਾ। ਤਦ ਤੱਕ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।